ਤੇ ਛੋਟਾ ਜਿਹੜਾ ਹੈਗਾ ਉਹ ਕਹਿੰਦਾ ਵੀ ਸਾਰਾ ਸਾਰਾ ਕੁਝ ਮੈਨੂੰ ਦੇ ਦਿਓ। ਜੇ ਮੈਂ ਲਾ ਦਿੰਦੀ ਆ ਤੇ ਮੈਨੂੰ ਇੱਕ ਰੋਟੀ ਨਹੀਂ ਮਿਲਣੀ। ਪੋਤਾ ਪੁੱਤ ਤੈਨੂੰ ਕਿੰਨੇ ਲੱਗੇ ਸੀ, ਉਹਨਾਂ ਤਿੰਨਾਂ ਨੇ ਚੁੱਕ ਕੇ ਪਹਿਲਾਂ ਮਾਰਿਆ, ਫਿਰ ਉੱਥੇ ਸੁੱਟਿਆ ਉਹ ਫਰਸ਼ ਤੇ। ਇਹ ਕਹਿਤਾ ਕਿ ਜੇ ਤੁਸੀਂ ਰੋਟੀ ਮੰਗਦੇ ਆ, ਜੇ ਤੁਸੀਂ ਰੋਟੀ ਚਾਹੁੰਦੇ ਆ ਤਾਂ ਇਹ ਸਾਰਾ ਪਹਿਲਾਂ ਸਾਡੇ ਨਾਲ ਲਾਓ। ਬੈਠਿਆਂ ਦੇ ਕਿ ਮੈਂ ਨਾ ਨਹੀਂ ਲਾਉਣਾ ਅਜੇ, ਤਾਂ ਉਦੋਂ ਤੋਂ ਉਸ ਦਿਨ ਤੋਂ ਉਹਨਾਂ ਨੇ ਮੇਰੇ ਨਾਲ ਨੌਨ ਬਾਈ ਕੱਟ ਕੇ। ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ ਜਿੱਥੇ ਤੁਸੀਂ ਹਮਦਰਦ ਟੀਵੀ ਨੂੰ ਵੱਖ-ਵੱਖ ਸੈੱਟ ਬਾਕਸਾਂ ਰਾਹੀਂ ਦੇਖਦੇ ਹੋ ਔਰ ਨਾਲ ਦੀ ਨਾਲ ਕੇਬਲ ਨੈਟਵਰਕ ਤੇ ਦੇਖਦੇ ਹੋ, ਇਸ ਦੇ ਨਾਲ ਹੁਣ ਤੁਸੀਂ ਹਮਦਰਦ ਟੀਵੀ ਨੂੰ ਸੋਸ਼ਲ ਮੀਡੀਆ ਰਾਹੀਂ ਵੀ ਦੇਖ ਸਕਦੇ ਹੋ। ਸੋਸ਼ਲ ਮੀਡੀਆ ਰਾਹੀਂ ਹਮਦਰਦ ਟੀਵੀ ਨਾਲ ਜੁੜਨ ਲਈ ਤੁਸੀਂ ਸਾਡਾ ਫੇਸਬੁੱਕ ਪੇਜ ਹਮਦਰਦ ਮੀਡੀਆ ਗਰੁੱਪ ਲਾਈਕ ਕਰੋ ਔਰ YouTube ਤੇ ਜੁੜਨ ਲਈ ਸਾਡਾ ਹਮਦਰਦ ਟੀਵੀ ਚੈਨਲ ਜਿਹੜਾ ਸਬਸਕ੍ਰਾਈਬ ਕਰੋ। ਅੱਜ ਅਸੀਂ ਜਲੰਧਰ 'ਚ ਪਹੁੰਚੇ ਹਾਂ। ਇੱਕ ਸਾਡੇ ਨਾਲ ਮਾਤਾ ਹੈ ਲੀਲਾਵਤੀ ਸੈਣੀ ਜੀ, ਜੋ ਆਪਣਾ ਦਰਦ ਬਿਆਨ ਕਰਦੀ ਆ। ਟੀਚਰ ਸੀ, ਮਾਪਿਆਂ ਦੇ ਵੱਡੇ ਸੁਪਨੇ ਹੁੰਦੇ ਆ ਕਿ ਮੈਂ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਚੰਗਾ ਕਰਾਂ, ਪੜ੍ਹਾ ਲਿਖਾ ਕੇ ਉਹਨਾਂ ਦੀ ਜਿਹੜੀ ਚੰਗੀ ਜ਼ਿੰਦਗੀ ਬਸਰ ਹੋਵੇ ਔਰ ਸਾਡੇ ਬੱਚੇ ਸਾਡਾ ਸਹਾਰਾ ਬਣ। ਮਾਤਾ ਲੀਲਾਵਤੀ ਸੈਣੀ ਜੀ ਸਾਡੇ ਨਾਲ ਬੈਠੇ ਆ। ਇਹ ਖੁਦ ਟੀਚਰ ਸੀ, ਰਿਟਾਇਰਡ ਟੀਚਰ ਨੇ ਔਰ ਇਹਨਾਂ ਦਾ ਪਤੀ ਸੈਸ਼ਨ ਜੱਜ ਦੇ ਰੀਡਰ ਸੀ, ਚੰਗੀ ਨੌਕਰੀ ਉਹ ਵੀ ਕਰਦੇ ਸੀ। 3 ਬੱਚੇ ਹੋਏ, 2 ਪੁੱਤਰ 1 ਧੀ। ਇੱਕ ਪੁੱਤਰ ਪਿਛਲੇ ਸਮੇਂ ਦੌਰਾਨ ਖੁਦਕੁਸ਼ੀ ਕਰ ਗਿਆ, ਇੱਕ ਪੁੱਤਰ ਅਲੱਗ ਰਹਿ ਰਿਹਾ, ਬੇਟੀ ਵਿਦੇਸ਼ 'ਚ ਰਹਿ ਰਹੀ ਹੈ। ਪਰ ਮਾਤਾ ਵਕਤ ਦੀ ਮਾਰੀ ਹੈ। ਬੇਸ਼ੱਕ ਚੰਗੀ ਨੌਕਰੀ ਕਰਦੀ ਸੀ, ਬੇਸ਼ੱਕ ਚੰਗੀ ਪੈਨਸ਼ਨ ਹੈ, ਪਤੀ ਦਾ ਸਾਇਆ ਸਿਰ 'ਤੇ ਨਹੀਂ ਰਿਹਾ। ਪਤੀ ਵੀ ਇਸ ਸੰਸਾਰ ਤੋਂ ਛੱਡ ਕੇ ਇਸ ਮਾਤਾ ਨੂੰ ਇਕੱਲਿਆਂ ਨੂੰ ਛੱਡ ਕੇ ਅਲਵਿਦਾ ਕਹਿ ਗਿਆ। ਮਾਤਾ ਆਪਣੇ ਦੁੱਖੜੇ ਰੋਂਦੀ ਆ। ਸਾਨੂੰ ਪਤਾ ਲੱਗਿਆ, ਮਾਤਾ ਨੇ ਸਾਡੇ ਤੱਕ ਪਹੁੰਚ ਕੀਤੀ, ਅਸੀਂ ਮਾਤਾ ਕੋਲ ਪਹੁੰਚੇ ਹਾਂ। ਮਾਤਾ ਕੀ ਹੋਇਆ ਸੀ? ਤੁਸੀਂ ਦੱਸਦੇ ਸੀ ਕਿ ਪੁੱਤਰ ਦੀ ਮੌਤ ਹੋ ਗਈ, ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਕਿਉਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ? ਕੀ ਹੋ ਰਿਹਾ ਤੁਹਾਡੇ ਨਾਲ? ਇਸ ਲਈ ਕਿ ਇਹ ਸਾਰਾ ਕੁਝ ਹੁਣ ਸਾਨੂੰ ਦੇ ਦਿਓ। ਜਿਹੜਾ ਛੋਟਾ ਵੱਡਾ ਮਰ ਗਿਆ ਤੇ ਛੋਟਾ ਜਿਹੜਾ ਹੈਗਾ ਉਹ ਕਹਿੰਦਾ ਵੀ ਸਾਰਾ ਕੁਝ ਮੈਨੂੰ ਦੇ ਦਿਓ। ਇਸ ਕਰਕੇ ਤੰਗ ਪਰੇਸ਼ਾਨ ਕਰਦੇ। ਮਾਤਾ ਥਾਂ ਜਗ੍ਹਾ ਕਰਕੇ, ਪਲਾਟ ਕਰਕੇ, ਕੋਠੀ ਕਰਕੇ ਹੋ ਰਿਹਾ? ਨਹੀਂ, ਇਹਦੇ ਕਰਕੇ ਨਹੀਂ। ਸਾਰਾ ਕੁਛ ਜਨਤਾ ਸਾਰਿਆਂ ਨੂੰ ਵੰਡ ਦਿੱਤਾ, ਦੇਤਾ, ਜ਼ਮੀਨ ਵੀ ਦੇਤੀ, ਪੈਸਾ ਵੀ ਦੇਤਾ, ਸਭ ਕੁਛ ਕੀਤਾ, ਪਰ ਮੇਰੇ ਨਾਲ ਕੋਈ ਨਹੀਂ। ਮਾਤਾ, ਮਾਂ ਬਾਪ ਪੁੱਤਰਾਂ ਦੇ ਨਾਲ ਹੁੰਦੇ ਆ, ਧੀਆਂ ਦੇ ਨਾਲ ਹੁੰਦੇ ਆ। ਧੀਆਂ ਜਿਹੜੇ ਹੁੰਦੇ ਆ, ਪੁੱਤਰ ਹੁੰਦੇ ਆ, ਮਾਪਿਆਂ ਨਾਲ ਹੁੰਦੇ ਆ। ਪਰ ਤੁਸੀਂ ਇੱਕ ਜ਼ਮੀਨ ਦੇ ਟੁਕੜੇ ਦੀ ਖਾਤਰ ਲੜ ਰਹੇ ਹੋ, ਕਿਉਂ? ਨਹੀਂ, ਮੈਂ ਟੁਕੜੇ ਦੀ ਖਾਤਰ ਨਹੀਂ ਲੜੀ। ਮੈਂ ਪਹਿਲਾਂ ਹੀ ਸਾਰਿਆਂ ਨੂੰ ਦੇ ਦਿੱਤਾ ਸੀ, ਜਿੰਨਾ ਉਹਨਾਂ ਦਾ ਹਿੱਸਾ ਬਣਦਾ ਸੀ। ਪਰ ਫਿਰ ਵੀ ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਦੀ ਦੁੱਖ ਆ ਜਿਹੜਾ ਉਹ ਮੇਰੇ ਨਾਲ ਇੱਦਾਂ ਕਰਦੇ ਆ। ਹਾਂਜੀ। ਤੁਸੀਂ ਪੜ੍ਹੇ ਲਿਖੇ ਹੋ, ਟੀਚਰ ਹੋ, ਤੁਸੀਂ ਕਿੰਨਾ ਟਾਈਮ ਸਰਵਿਸ ਕੀਤੀ ਆ ਔਰ ਤੁਸੀਂ ਪੜ੍ਹਾਇਆ ਲਿਖਾਇਆ, ਕਿੰਨੇ ਬੱਚਿਆਂ ਨੂੰ ਤਾਲੀਮ ਦਿੱਤੀ, ਕਿੰਨੇ ਬੱਚੇ ਪੜ੍ਹ ਲਿਖ ਕੇ ਕਿੰਨੇ ਉਹ ਅਹੁਦਿਆਂ 'ਤੇ ਬੈਠੇ ਹੋਣਗੇ। ਕੀ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਤਾਲੀਮ ਨਹੀਂ ਦੇ ਪਾਏ ਜਿਹੜੇ ਤੁਹਾਡੇ ਅੱਜ ਪਰਵਰਿਸ਼ ਨਹੀਂ ਕਰਦੇ? ਜਿਹੜਾ ਵੱਡਾ ਸੀ ਉਹ ਤੱਕ ਉਹਦਾ ਦਿਲ ਨਹੀਂ ਕਰਦਾ ਸੀ ਬਹੁਤਾ ਕੁਛ ਕਰਨ ਨੂੰ। ਅਤੇ ਜਿਹੜਾ ਛੋਟਾ ਉਹ ਟੀਚਰ ਆ, ਉਹ ਚਾਹੁੰਦਾ ਕਿ ਸਾਰੀ ਜਿਹੜੀ ਜ਼ਮੀਨ ਹੈ ਮੈਨੂੰ ਦਿੱਤੀ ਜਾਵੇ ਅਤੇ ਪਿੰਡ ਵਾਲੀ ਵੀ ਜ਼ਮੀਨ ਮੈਨੂੰ ਦਿੱਤੀ ਜਾਵੇ। ਇਸ ਕਰਕੇ ਮੇਰੇ ਨਾਲ ਜਿੰਦੇ ਲੱਗੇ ਹੋਏ ਆ ਵੀ ਉਹ ਸਾਹਮਣੇ ਵਾਲਾ ਵੱਡਾ ਕਮਰਾ ਉਹਨੂੰ ਵੀ ਜਿੰਦਾ ਲੱਗਾ ਸੀ, ਜਿਹੜਾ ਕਿ ਅੱਜ ਉਹਨੇ 2-3 ਦਿਨ ਤੋਂ ਬਾਅਦ ਖੋਲ੍ਹਿਆ ਹੈਗਾ। ਹੁਣ ਪਹਿਲਾਂ ਨਹੀਂ ਖੋਲ੍ਹਿਆ, ਉਦੋਂ ਦਾ ਇਹ
ਕਿ ਕੇਸ ਮੇਰੇ ਤੇ ਨਾ ਹੋਵੇ, ਇਸ ਲਈ ਬੂਆ ਖੋਲ੍ਹਿਆ ਹੈਗਾ। ਆਹ ਦੇਖ ਲਓ ਅਜੇ ਵੀ ਜਿੰਦੇ ਲੱਗੇ ਆ। ਜਿੰਦੇ ਲੱਗੇ। ਹਾਂਜੀ। ਪਰ ਮਾਤਾ, ਪੁੱਤਰਾਂ ਨੇ ਸਹਾਰਾ ਬਣਨਾ ਹੁੰਦਾ, ਧੀਆਂ ਨੇ ਸਹਾਰਾ ਬਣਨਾ। ਤੁਹਾਡੇ ਧੀ ਪੁੱਤ ਸਹਾਰਾ ਨਹੀਂ ਬਣੇ, ਜ਼ਮੀਨ ਦਾ ਟੁਕੜਾ ਛੱਡ ਦਿੰਦੇ, ਤੁਸੀਂ ਦੇ ਦਿੰਦੇ, ਫਿਰ ਕੀ ਤੁਹਾਨੂੰ ਰੋਟੀ ਦੇ ਦਿੰਦੇ, ਚੰਗੀ ਜ਼ਿੰਦਗੀ ਬਸਰ ਹੋ ਜਾਂਦੀ। ਤੁਹਾਡੀ ਧੀ ਨੂੰਹ ਪੁੱਤ ਸਾਰੇ ਤੁਹਾਨੂੰ ਸੰਭਾਲ ਲੈਂਦੇ। ਇੱਦਾਂ ਦੀ ਕੋਈ ਗੱਲ ਨਹੀਂ, ਹਮੇਸ਼ਾ ਕੁੜੀ ਨੇ ਸੰਭਾਲਿਆ। ਮੈਂ ਕੁੜੀ ਕੋਲ ਬਹੁਤ ਚਿਰ ਉੱਥੇ ਹੀ ਰਹੀ ਹਾਂ। ਇਹ ਤਾਂ ਹੁਣ ਮੇਰਾ ਦਿਲ ਸੀਗਾ ਕਿ ਮੈਂ ਹੁਣ ਆਪਣੇ ਦੇਸ਼ ਵਿੱਚ ਆ ਗਏ ਤਾਂ ਕੁਛ ਗੁਜ਼ਾਰਾ, ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਆ ਜਿਹੜਾ ਕੁਛ ਬਣਾਇਆ ਇਹ ਸਾਰਾ ਸਾਨੂੰ ਮਿਲ ਜਾਏ। ਇਸ ਕਰਕੇ ਉਹਨਾਂ ਨੇ ਮੀਟਿੰਗ ਬੁਲਾਈ ਅਤੇ ਇਹ ਕਹਿਤਾ ਕਿ ਜੇ ਤੁਸੀਂ ਰੋਟੀ ਮੰਗਦੇ ਆ, ਜੇ ਤੁਸੀਂ ਰੋਟੀ ਚਾਹੁੰਦੇ ਆ ਤਾਂ ਇਹ ਸਾਰਾ ਪਹਿਲਾਂ ਸਾਡੇ ਨਾਲ ਲਾਓ। ਛੋਟਾ ਕਹਿੰਦਾ ਕਿ ਮੇਰੇ ਨਾਲ ਲਾਓ, ਜੇ ਨਹੀਂ ਲਾਉਣਾ ਤਾਂ ਮੈਂ ਰੋਟੀ ਨਹੀਂ ਦੇਣੀ। ਉਹ ਉਸ ਪੰਚਾਇਤ ਨੇ ਬੈਠ ਕੇ ਵੀ ਇਹ ਫੈਸਲਾ ਕੀਤਾ। ਮੈਂ ਇਸ ਗੱਲ ਦੇ ਵਿੱਚ ਕਿ ਜਦੋਂ ਮੈਂ ਕਮਾਉਂਦੀ ਹਾਂ, ਜਦੋਂ ਮੈਂ ਪੈਸੇ ਦੇ ਸਕਦੀ ਹਾਂ, ਫਿਰ ਕਿਉਂ ਨਹੀਂ ਮੈਨੂੰ ਰੋਟੀ ਦਿੰਦੇ, ਜਦ ਕਿ ਮੈਂ ਪੈਸੇ ਵੀ ਦਿੰਦੀ ਹਾਂ ਇੰਨੇ। ਬਸ ਨਹੀਂ, ਜਿਹੜੀ ਤੁਹਾਡੀ ਪੈਨਸ਼ਨ ਆ ਉਹ ਤੁਸੀਂ ਕੀ ਕਰਦੇ ਸੀ? ਤੁਸੀਂ ਆਪਣੇ ਪੁੱਤਰਾਂ ਨੂੰ ਸਾਰਿਆਂ ਨੂੰ ਜਿੱਥੇ ਜਿੱਥੇ ਜਿਹਨੂੰ ਚਾਹੀਦੀ ਹੁੰਦੀ ਸੀ ਉਹਨੂੰ ਦੇ ਦਿੱਤੀ, ਕਿਉਂਕਿ ਸਹੁਰਿਆਂ ਪਰਿਵਾਰ 'ਚੋਂ ਵੀ ਵੱਡੀ ਸੀ ਅਤੇ ਇੱਧਰੋਂ ਵੀ ਵੱਡੀ ਸੀ। ਅਤੇ ਜੇ ਉਦੋਂ ਤੋਂ ਲੱਗ ਕੇ ਉਹਨਾਂ ਹਰ ਇੱਕ ਨੂੰ ਪੜ੍ਹਾਤਾ, ਆਪਣੇ ਕੋਲ ਕੁਛ ਨਹੀਂ ਰੱਖਿਆ। ਜਿਹੜੇ ਹੁਣ ਥੋੜ੍ਹੀ ਜਿਹੀ ਹੈਗੀ ਆ ਉਹਦੇ ਨਾਲ ਗੁਜ਼ਾਰਾ ਕਰਦੇ ਆ। ਮਾਤਾ ਜੀ, ਰਿਟਾਇਰਮੈਂਟ ਕਦੋਂ ਹੋਈ ਹੈ ਤੁਹਾਡੀ? 1998। ਤੇ ਤੁਹਾਡੇ ਪਤੀ ਜਦੋਂ ਰਿਟਾਇਰਮੈਂਟ ਹੋਈ ਉਹ ਕਦੋਂ ਹੋਏ ਆ? ਉਹ 2009 'ਚ ਹੋਇਆ। ਉਹਨਾਂ ਦੀ ਮੌਤ ਕਦੋਂ ਹੋਈ ਹੈ ਜੀ? ਨਹੀਂ, ਰਿਟਾਇਰ ਪਹਿਲਾਂ ਹੋਇਆ। 2009 ਚ ਮੌਤ ਹੋਈ ਹੈ। 2009 'ਚ, ਹਾਂਜੀ। ਜਦੋਂ ਮਾਤਾ ਜੀ ਤੁਹਾਡੇ ਪਤੀ ਤੁਹਾਡੇ ਨਾਲ ਸੀਗੇ, ਤੁਹਾਡੇ ਉਦੋਂ ਬੇਟੇ ਤੁਹਾਡਾ ਸਾਥ ਦਿੰਦੇ ਸੀ? ਹਾਂਜੀ, ਬੇਟੇ ਨਾਲ ਸੀ ਤੁਹਾਡੇ? ਕਿਉਂਕਿ ਇਹਨਾਂ ਨੂੰ ਮੈਂ ਪੜ੍ਹਾਉਂਦੀ ਸੀ ਅਜੇ। ਜਿਹੜਾ ਛੋਟਾ ਉਹਨੂੰ ਸਰਵਿਸ 'ਤੇ ਲਵਾਇਆ ਸੀ ਉਦੋਂ ਅਜੇ ਪੈਸੇ ਲਈ ਚਾਹੀਦਾ ਉਹਨਾਂ ਨੂੰ, ਤਾਂ ਹੀ ਉਹਨਾਂ ਨੇ ਕਿਹਾ ਵੀ ਆਹ ਸਾਰਾ ਕੁਛ ਪਹਿਲਾਂ ਸਾਡੇ ਨਾਲ ਲਾ ਦੇ, ਜੇ ਮੈਂ ਲਾ ਦਿੰਦੀ ਹਾਂ ਤਾਂ ਮੈਨੂੰ ਇੱਕ ਰੋਟੀ ਨਹੀਂ ਮਿਲਣੀ। ਨਹੀਂ, ਰੋਟੀ ਕਿਉਂ ਨਹੀਂ ਦੇਣੀ ਮਾਤਾ? ਤੁਹਾਨੂੰ ਰੋਟੀ ਦੇਣਗੇ ਕਿਉਂਕਿ ਉਹਨਾਂ ਦੀ ਆਦਤ ਇੱਦਾਂ ਦੀ ਆ ਤਿੰਨਾਂ ਦੀ। ਤੁਹਾਡਾ ਜਿਹੜਾ ਥਾਂ, ਫਿਰ ਤੁਹਾਡੀ ਉਮਰ ਵਡੇਰੀ ਹੋ ਗਈ, ਤੁਹਾਡੇ ਤੋਂ ਬਾਅਦ ਫਿਰ ਕੌਣ ਵਾਲੀ ਵਾਰਸ ਹੋਊਗਾ ਇਸ ਥਾਂ ਦਾ, ਇਸ ਕੋਠੀ ਦਾ? ਜਿਹੜਾ ਸੇਵਾ ਕਰੂਗਾ ਉਹਨੂੰ ਦੇ ਦਾਂਗੇ। ਹਾਂਜੀ। ਸੇਵਾ ਤਾਂ ਤੁਸੀਂ ਅੱਜ ਜਿਹੜੀਆਂ ਪਰਵਿਸ਼ ਵਾਸਤੇ ਰੱਖੀਆਂ, 2 ਔਰਤਾਂ ਰੱਖੀਆਂ ਤੁਹਾਡੀ ਸੇਵਾ ਕਰ ਰਹੀਆਂ, ਫਿਰ ਉਹਨਾਂ ਨੂੰ ਦੇ ਦੋਗੇ ਤੁਸੀਂ? ਨਹੀਂ, ਉਹਨਾਂ ਨੂੰ ਤਾਂ ਨਹੀਂ ਦਿਆਂਗੇ ਕਿਉਂਕਿ ਇਹਨਾਂ ਨੂੰ 2 ਸਾਲ ਹੀ ਹੋਇਆ। ਪਰ ਬੇਟੀ ਸਾਥ ਦੇ ਰਹੀ ਹੈ ਤੁਹਾਡਾ? ਬੇਟੀ ਬਹੁਤ ਸਾਥ ਦੇ ਰਹੀ ਹੈ। ਮਾਤਾ, ਇੰਨੇ ਔਖੇ ਕਿਉਂ ਹੁੰਨੇ ਹੋ ਤੁਸੀਂ? ਕੈਨੇਡਾ ਦੀ ਧਰਤੀ ਤੇ ਉੱਥੇ ਤੁਹਾਡੀ ਬੇਟੀ ਹੈ। ਉੱਥੇ ਬੈਠੀ ਸੀ, ਉੱਥੋਂ ਮੇਰੀ ਆ ਲੱਤ ਟੁੱਟ ਗਈ, ਆ ਬਾਂਹ ਟੁੱਟ ਗਈ, ਤਾਂ ਫਿਰ ਮੇਰੇ ਹਸਬੈਂਡ ਮੈਨੂੰ ਇੱਥੇ ਲੈ ਤਾਂ ਮੈਂ ਆਈ ਉੱਥੋਂ। ਨਹੀਂ ਤਾਂ ਮੈਂ ਕੈਨੇਡਾ ਤੋਂ ਨਹੀਂ ਆਉਣਾ ਸੀ। ਉੱਥੇ 9-10 ਸਾਲ ਰਹੀ। ਇੱਕ ਵਾਰੀ ਫੇਰ ਗਈ, ਫਿਰ ਉਦੋਂ ਅਜੇ ਸਾਲ ਹੋਇਆ ਸੀ ਅਤੇ ਮੇਰਾ ਦਿਲ ਬਹੁਤ ਤਰ੍ਹਾਂ ਹੋਇਆ, ਕਿਉਂਕਿ ਉਦੋਂ ਮੇਰੇ ਹਸਬੈਂਡ ਨਹੀਂ ਸੀ, ਤਾਂ ਮੈਂ ਵਾਪਸ ਆ ਗਈ। ਇਹ ਹੋਇਆ। ਹੁਣ ਤੁਸੀਂ ਫਿਰ ਇਕੱਲੇ ਰਹਿੰਦੇ ਹੋ ਇਸ ਘਰ ਦੇ ਵਿੱਚ? ਹਾਂਜੀ, ਮੇਰੇ ਨਾਲ ਆ ਮੇਰੀਆਂ ਫੌਜਾਂ ਆ ਜਿਹੜੇ ਬੈਠੇ ਆਏ, ਇੱਕ ਦਿਨੇ ਰਹਿੰਦੇ ਆ, ਇੱਕ ਰਾਤ ਰਹਿੰਦੇ ਆ। ਚਲੋ ਉਹ ਤਾਂ ਡਿਊਟੀ ਕਰਦੇ ਆ, ਪਰ ਤੁਹਾਡੇ ਨਾਲ ਤੁਹਾਡਾ ਗਵਾਂਢ ਇੱਥੇ ਤੁਹਾਡੀ ਨੂੰਹ ਰਹਿੰਦੀ ਹੈ ਕਿ ਤੁਹਾਡਾ ਪੁੱਤਰ ਰਹਿੰਦਾ ਨਾਲ ਦੇ ਘਰ 'ਚ? ਨਾਲ ਦੇ ਘਰ ਛੋਟਾ ਰਹਿੰਦਾ, ਉੱਧਰ ਵੱਡਾ ਰਹਿੰਦਾ। ਛੋਟਾ ਪੁੱਤਰ ਕਿਤੇ ਨੂੰਹ, ਕਿਤੇ ਪੁੱਤ ਪੋਤੇ ਨਹੀਂ ਆਏ? ਹਾਂਜੀ। ਕਿਤੇ ਪੁੱਤ ਪੋਤੇ ਆਏ ਨਹੀਂ ਤੁਹਾਡੇ ਕੋਲੇ ਵੀ ਦਾਦੀ ਦਾ ਹਾਲ? ਇੱਥੇ ਹੀ ਸੀ, ਸਭ ਕੁਝ ਮੈਂ ਦਿੰਦੀ ਰਹੀ ਹਾਂ। ਜਿੱਦਣ ਨਾ ਕਰਤੇ ਉਹ ਬੈਠਿਆਂ ਤੇ ਕਿ ਮੈਂ ਨਾ ਨਹੀਂ ਲਾਉਣਾ ਅਜੇ, ਤਾਂ ਉਦੋਂ ਤੋਂ ਉਸ ਦਿਨ ਤੋਂ ਉਹਨਾਂ ਨੇ ਮੇਰੇ ਨਾਲ ਨੌਨ ਬਾਈਕਾਟ ਕੀਤਾ। ਹਾਂਜੀ। ਤੁਸੀਂ ਕਹਿੰਦੇ ਸੀ ਕਿ ਅਸੀਂ ਬੈੱਡ ਤੇ ਪਏ ਸੀ, ਤੁਹਾਡੇ ਪੁੱਤਰ ਨੇ ਕਿ ਨੂੰਹ ਨੇ ਤੁਹਾਨੂੰ ਕੁਝ ਦੇਤਾ, ਸੰਘਾਤਾ, ਧੂਆਂ ਕਰਤਾ, ਕੀ ਕਰਤਾ ਸੀ ਉਸ ਦਿਨ? ਮੂੰਹ
ਉੱਤੇ ਨਹੀਂ ਪਈ ਸੀ ਮੈਂ। ਜਦੋਂ ਮੈਂ ਉੱਤੇ ਪਈ ਸੀ ਉਸ ਦਿਨ ਮੇਰੀ ਬੇਟੀ ਨੂੰ ਤਿੰਨਾਂ ਜਣਿਆਂ ਨੇ ਮਾਰਿਆ। ਉਹਦੇ ਉੱਤੇ ਬੈਠੇ ਸੀ ਤਿੰਨੇ ਜਣੇ, ਪੋਤਾ ਵੀ ਪੁੱਤ ਵੀ ਤੇ ਨੂੰਹ ਵੀ, ਤਿੰਨੇ ਬੈਠੇ ਸੀ। ਉਹਨਾਂ ਦੀ ਉੱਥੇ ਪੁਲਿਸ 'ਚ ਦਰਜ ਕਰਾਉਣੀ ਪਈ ਕਿਉਂਕਿ ਉਹਨੂੰ ਮਾਰ ਕੇ ਇਹਨਾਂ ਤਾਂ ਮੈਨੂੰ ਚੁੱਕ ਕੇ ਪੁੰਜੇ ਸੁੱਟਿਆ ਸੀ ਉੱਥੇ। ਕਿਹਨੇ ਸੁੱਟਿਆ ਪੁੰਜੇ ਤੁਹਾਨੂੰ? ਹਾਂਜੀ, ਕਿਹਨੇ ਸੁੱਟਿਆ? ਤਿੰਨਾਂ ਨੇ। ਅੱਛਾ, ਪੋਤੇ ਨੇ? ਪੋਤਾ ਪੁੱਤ ਤੇ ਨੂੰਹ ਤਿੰਨੇ ਲੱਗੇ ਸੀ। ਉਹਨਾਂ ਤਿੰਨਾਂ ਨੇ ਚੁੱਕ ਕੇ ਪਹਿਲਾਂ ਮਾਰਿਆ, ਫਿਰ ਉੱਥੇ ਸੁੱਟਿਆ ਉਹ ਫਰਸ਼ 'ਤੇ। ਇਹ ਹੁਣ ਦੀ ਗੱਲ ਹੈ ਕਿ ਪੁਰਾਣੀ ਗੱਲ ਹੈ ਜੀ? ਥੋੜ੍ਹਾ ਕੁ ਚਿਰ ਦੀ ਗੱਲ ਹੈ। ਅੱਛਾ। ਹਾਂਜੀ, ਉਦੋਂ ਡਰਦਾ ਕੋਈ ਨੇੜੇ ਨਹੀਂ ਆਇਆ, ਇਸ ਲਈ ਕਿ ਸਾਡੇ 'ਤੇ ਕੇਸ ਨਾ ਬਣੇ, ਕਿਸੇ 'ਤੇ ਜਾਂ ਉਹਨੂੰ ਪੁਲਿਸ ਨਾ ਕਵੇ ਕੁਛ, ਬਸ ਇਹ ਹੋਇਆ। ਤੇ ਹੁਣ ਜਿਹੜੀ ਗੱਲ ਹੋਈ ਸੀ, ਤੁਸੀਂ ਹਸਪੀਟਲ 'ਚ ਐਡਮਿਟ ਰਹੇ ਹੋ, ਦਾਖਲ ਰਹੇ ਹੋ, ਹੁਣ ਕੀ ਗੱਲ ਹੋਈ ਸੀ? ਹੁਣ ਸਰ ਜਦੋਂ ਮੈਂ ਅੰਦਰ ਉੱਥੋਂ ਆ ਕੇ ਅੰਦਰ ਵੜੀ ਤੇ ਇੱਥੇ ਤੂੰ ਆਈ, ਤੂੰ ਆ ਸੀਗਾ, ਜਿਹਦੇ ਨਾਲ ਮੈਂ ਬੇਹੋਸ਼ ਹੋ ਗਈ ਤੇ ਮੈਨੂੰ ਹਸਪੀਟਲ ਲੈ ਕੇ ਗਏ। ਕਿਹੜਾ ਹਸਪੀਟਲ ਸੀ ਉਹ ਜਿਹੜਾ? ਹਾਂਜੀ, ਟੈਗੋਰ ਹਸਪੀਟਲ। ਉਹਨਾਂ ਨੇ ਦੇਖਿਆ ਕਿ ਹੁਣ ਖੂਨ ਵੀ ਨਹੀਂ ਹੈਗਾ। 5 ਬੋਤਲਾਂ ਉਹਨਾਂ ਨੇ ਖੂਨ ਦੀਆਂ ਚੜਾਈਆਂ ਤੇ ਉੱਥੇ ਹੀ ਰੱਖਿਆ ਤੇ 5ਵੇਂ-6ਵੇਂ ਦਿਨ ਮੈਨੂੰ ਛੁੱਟੀ ਦਿੱਤੀ। ਤੁਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਹੈ ਇਸ ਗੱਲ ਦੀ? ਤੁਸੀਂ ਆਪਣੇ ਪੁੱਤਰ ਧੀਆਂ ਤੇ ਕਾਰਵਾਈ, ਪੁੱਤਰ ਨੂੰਹ ਤੇ ਕਾਰਵਾਈ ਕਰਾਉਣਾ ਚਾਹੁੰਦੇ ਹੋ? ਹਾਂਜੀ, ਕਿਉਂਕਿ ਉਹ ਚਾਹੁੰਦੇ ਨਹੀਂ ਕਿ ਮੈਨੂੰ ਰੱਖਿਆ ਜਾਵੇ, ਸਾਰੀ ਜਾਇਦਾਦ ਉਹਨਾਂ ਨੂੰ ਦਿੱਤੀ ਜਾਵੇ, ਇਸ ਕਰਕੇ ਉਹ ਮਾਰਦੇ ਨੇ। ਮਾਤਾ ਜੀ, ਢਿੱਡੋ ਜੰਮੇ ਪੁੱਤਰਾਂ ਤੇ ਆਪਾਂ ਕਾਰਵਾਈਆਂ ਕਰਾਉਣ ਲੱਗੇ, ਫਿਰ ਕੀ ਬਣੂ? ਤੁਸੀਂ ਪੜ੍ਹੇ ਲਿਖੇ ਹੋ? ਮਾਰੀ ਜਾਣਾ, ਆਪੇ ਕੋਈ ਰਹਿ ਲੂਗਾ, ਹੋਰ ਕੀ ਹੋਣਾ। ਨਹੀਂ, ਤੁਸੀਂ ਪੜ੍ਹੇ ਲਿਖੇ ਹੋ। ਜੇ ਤੁਹਾਡੇ ਵਰਗੇ ਪੜ੍ਹੇ ਲਿਖੇ ਪਰਿਵਾਰਾਂ 'ਚ ਇਸ ਤਰ੍ਹਾਂ ਜ਼ਮੀਨ ਜਾਇਦਾਦ ਦੀ ਖਾਤਰ ਲੜੋਗੇ, ਰੋਟੀ ਨਾ ਦੇਣ ਦੀ ਖਾਤਰ ਲੜੋਗੇ, ਤੁਹਾਡੇ ਬੱਚੇ ਪੜ੍ਹੇ ਲਿਖੇ ਆ, ਤੁਸੀਂ ਪੜ੍ਹਾਏ ਕਿੰਨੇ ਆ, ਪਰ ਅੱਜ ਤੁਸੀਂ ਉਹਨਾਂ 'ਤੇ ਪੁਲਿਸ ਕਾਰਵਾਈ ਕਰਵਾਉਣਾ ਚਾਹੁੰਦੇ ਹੋ, ਫਿਰ ਕੀ ਬਣੇਗਾ ਆਮ ਲੋਕਾਂ ਦਾ? ਮੈਂ ਕੁਛ ਨਹੀਂ ਕਹਿ ਸਕਦੀ ਕਿ ਕੀ ਬਣੂਗਾ ਉਹਨਾਂ ਦੀ ਕਿਸਮਤ, ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ, ਬੁਰੀ ਤਰ੍ਹਾਂ ਉਹਨਾਂ ਨੇ ਚੁੱਕ ਕੇ ਸੁੱਟਿਆ। ਹਸਪੀਟਲ ਗਈ, ਹੁਣ ਫੇਰ ਮਾਰਨ ਦੇ ਲਈ ਧੂੰਆਂ ਕੀਤਾ। ਜਿਹੜਾ ਜ਼ਹਿਰੀਲਾ ਧੂੰਆਂ ਸੀ ਉਹ ਚੜ੍ਹ ਗਿਆ। ਫਿਰ ਉੱਥੇ 5 ਦਿਨ ਦਾਖਲ ਰਹੀ। ਹਾਂਜੀ। ਇਸ ਤੋਂ ਪਹਿਲਾਂ ਵੀ ਤੁਹਾਨੂੰ ਇਦਾਂ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ? ਤੰਗ ਪਰੇਸ਼ਾਨ ਇਸ ਲਈ ਕੀਤਾ ਜਾਂਦਾ ਸੀ ਕਿ ਹਰ ਮਹੀਨੇ ਮੈਂ ਉਹਨਾਂ ਨੂੰ ਪੈਸੇ ਦਿੰਦੀ ਸੀ ਰੋਟੀ ਦੇ। ਹਾਂਜੀ। ਅੱਛਾ, ਜਿਹੜੀ ਤੁਸੀਂ ਰੋਟੀ ਖਾਂਦੇ ਸੀ ਪੈਸੇ ਦਿੰਦੇ ਸੀ? ਉਹਦੇ ਪੈਸੇ ਦਿੰਦੇ ਸੀ। ਉਹ 9,000 ਤੋਂ ਕੁਛ ਉੱਪਰ ਉਹਨਾਂ ਦਿਨਾਂ ਦੇ ਵਿੱਚ ਮੈਂ ਦਿੰਦੀ ਰਹੀ ਹਾਂ। ਜੇ ਤੁਸੀਂ ਹੁਣ ਪੈਸੇ ਦਿਓ ਪੁੱਤ ਨੂੰ, ਨੂੰਹ ਨੂੰ, ਹੁਣ ਨਹੀਂ ਰੋਟੀਆਂ ਦਿੰਦੇ? ਮੈਂ ਕਦੇ ਕੀ ਸੋਚਿਆ ਹੀ ਨਹੀਂ। ਜਿਨ੍ਹਾਂ ਨੇ ਪਹਿਲਾਂ ਮਾਰਨ ਲੱਗਿਆ ਨੇ ਸੋਚਿਆ, ਮੇਰੀਆਂ ਸਾਰੀਆਂ ਹੱਡੀਆਂ ਤੋੜੀਆਂ ਆ, ਉਹਨਾਂ 'ਚੋਂ ਕਦੀ ਕੁਛ ਲੱਭ ਨਹੀਂ ਸਕਦਾ, ਕਿਉਂਕਿ ਉਹ A to Z ਸਹੁਰੇ ਤੇ ਪੇਕੇ ਪਰਿਵਾਰ ਸਾਰਿਆਂ ਦੇ ਲਈ ਸੇਵਾ ਕੀਤੀ ਤੇ ਉਹਨਾਂ ਨੂੰ ਪੜ੍ਹਾਇਆ, ਹਰ ਇੱਕ ਨੂੰ। ਮਾਤਾ, ਦੁੱਖ ਨਹੀਂ ਹੁੰਦਾ ਅੱਜ ਢਿੱਡੋ ਜੰਮੇ ਪੁੱਤਾਂ ਤੇ ਪੁਲਿਸ ਕਾਰਵਾਈ ਕਰਵਾਉਣੀ ਪੈ ਰਹੀ ਹੈ? ਢਿੱਡੋ ਜੰਮੇ ਪੁੱਤ ਤੁਹਾਨੂੰ ਮਾਰਨਾ ਚਾਹੁੰਦੇ, ਦੁੱਖ ਨਹੀਂ ਹੁੰਦਾ ਅੱਜ? ਦੁੱਖ ਤਾਂ ਹੁੰਦਾ, ਦੁੱਖ ਬਹੁਤ ਹੁੰਦਾ, ਪਰ ਜਦੋਂ ਬੰਦਾ ਹੱਥ ਚੁੱਕ ਲੈਂਦਾ, ਹੁਣ ਕਹਿੰਦੇ ਇੱਥੇ ਤੱਕ ਆ ਵਾਲਾ ਉਹਨਾਂ ਨੇ ਜਿੰਦੇ ਲਾਏ ਆ, ਇਹਦੇ ਵੀ ਉਹਦੇ ਵੀ। ਉਹ 2 ਕਮਰੇ ਛੋਟੇ ਮੇਰੇ ਕੋਲ, ਤੇ ਉਹ ਕਹਿੰਦੇ ਇੱਧਰੋਂ ਦੀ ਆਪਣਾ ਰਾਹ ਕੱਢ ਲਾ, ਤੇ ਫਿਰ ਜਿੰਦਰੇ ਕਿਹਨੇ ਲਾਇਆ ਜੀ? ਛੋਟੇ ਨੇ। ਕਿਉਂ ਲਾਤੇ ਉਹਨਾਂ ਨੇ? ਇਸ ਲਈ ਕਿ ਇਹ ਸਾਨੂੰ ਮਿਲੇ। ਇਹਦੇ ਵਿੱਚ ਜਿਹੜੇ ਕਮਰਿਆਂ 'ਚ ਸਮਾਨ ਤੁਹਾਡਾ ਪਿਆ ਕਿ ਉਹਨਾਂ ਦਾ ਪਿਆ? ਅੱਗੇ ਤਾਂ ਉਹਨਾਂ ਦਾ ਪਿਆ, ਇਹਦੇ ਆ ਤੇ ਬੰਦੀ ਆ ਉਹਨਾਂ ਦਾ, ਇੱਥੋਂ ਤੱਕ ਕਿ ਪਾਣੀ ਵੀ ਨਹੀਂ ਇੱਧਰੋਂ ਦੀ ਨਿਕਲ ਸਕਦਾ।
ਹਾਂਜੀ। ਜੇ ਮਾਤਾ ਤੁਹਾਡੇ ਕੇਅਰ ਟੇਕਰ ਇੱਥੇ ਨਾ ਹੋਣ, ਰਾਤ ਬਰਾਤੇ ਤੁਹਾਨੂੰ ਲੋੜ ਪੈ ਜੇ, ਫਿਰ ਤੁਸੀਂ ਕੀ ਕਰੋਗੇ? ਫਿਰ ਰੱਬ ਨੂੰ ਯਾਦ ਕਰਾਂਗੇ, ਹੋਰ ਕੀ ਕਰਨਾ। ਜੇ ਤੁਹਾਡੇ ਪੁੱਤਰ, ਤੁਹਾਡੀ ਨੂੰਹ ਤੁਹਾਡੇ ਕੋਲੇ ਆ ਜੇ ਵੀ ਇਹ ਸਾਡੀ ਮਾਂ, ਅਸੀਂ ਮਾਂ ਨੂੰ ਸੰਭਾਲਣਾ ਚਾਹੁੰਦੇ, ਤੁਸੀਂ ਜਾਓਗੇ ਉਹਨਾਂ ਕੋਲੇ? ਨਹੀਂ, ਮੈਂ ਨਹੀਂ ਹੁਣ ਜਾਊਂਗੀ, ਕਿਉਂਕਿ ਉਹਨਾਂ ਨੇ ਮੇਰੇ ਨਾਲ ਹਰ ਇੱਕ ਨੇ ਗਲਤ ਕੀਤਾ। ਇਸ ਕਰਕੇ ਮੈਂ ਨਹੀਂ ਚਾਹੁੰਦੀ ਕਿ ਮੇਰੀ ਕੋਈ ਸੇਵਾ ਕਰੇ। ਮੈਂ ਮਰ ਜਾਵਾਂ, ਇੱਥੇ ਹੀ ਮਰ ਜਾਣਾ ਬਸ। ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ ਹੁਣ? ਹੁਣ ਕੁਛ ਨਹੀਂ ਹੋਣਾ ਚਾਹੀਦਾ, ਬਸ ਰੋਟੀ ਪਕਾਉਣ ਲਈ ਦੋ ਰੱਖੀਆਂ, ਇੱਕ ਦਿਨੇ ਬਣਾ ਦਿੰਦੀ ਹੈ, ਇੱਕ ਰਾਤੀ ਵੀ, ਅਤੇ ਉਹੀ ਇੱਕ ਦਿਨੇ ਸਾਰਾ ਦਿਨ ਰਹਿੰਦੇ, ਇੱਕ ਜਿਹੜੇ ਸ਼ਾਮ ਨੂੰ ਰਾਤ ਨੂੰ ਮੇਰੇ ਕੋਲ ਰਹਿੰਦੇ ਆ। ਉਹ ਦੁੱਧ ਵਗੈਰਾ ਗਰਮ ਕਰਕੇ ਦੇ ਦਿੱਤਾ, ਰੋਟੀ ਤਾਜ਼ੀ ਫੜਾਤੀ। ਤੁਸੀਂ ਇਨਸਾਫ ਦੀ ਗੱਲ ਕਰਦੇ ਸੀ, ਕਿਸ ਤਰ੍ਹਾਂ ਇਨਸਾਫ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਇਨਸਾਫ ਮੰਗਦੇ ਹੋ? ਹੁਣ ਇਹਨਾਂ ਤੇਲਾਂ ਵਿੱਚ ਤੇਲ ਨਹੀਂ, ਇਸ ਕਰਕੇ ਇਨਸਾਫ ਤਾਂ ਹੋ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿਤਾ ਹੈ ਇੱਥੋਂ ਦੀ ਬੂਹਾ ਖੜ ਲਾ। ਉਹਨਾਂ ਨੇ ਮੇਰਾ ਗੇਟ ਅਖੀਰ 'ਤੇ ਸੀਗਾ, ਇੱਕ ਕਨਾਲ ਦੇ ਵਿੱਚ, ਤਾਂ ਉਹ ਢਾਤਾ, ਇੰਨਾ ਹਿੱਸਾ ਢਾਹ ਕੇ ਆਹ ਬਰਾਂਡਾ ਸੀ, ਆਹ ਦੇਖ ਲਓ, ਇੱਥੇ ਇੱਕ ਲਾਈਨ ਹੋਣੀ ਆ, ਆਹ ਬਣਾਤਾ, ਬੰਦ ਕਰਤਾ। ਜਦੋਂ ਮੈਨੂੰ ਚਾਹੁੰਦੇ ਹੀ ਨਹੀਂ, ਜਾਂ ਉਹ ਮੇਰੇ ਨਾਲ ਠੀਕ ਸਲੂਕ ਨਹੀਂ ਕਰਦੇ, ਤੁਸੀਂ ਦੱਸੋ ਕਿ ਮੇਰੀ ਲੱਤ ਟੁੱਟੀ ਆ, ਮੇਰਾ ਗੋਡਾ ਟੁੱਟਾ ਆ, ਬਾਂਹ ਟੁੱਟੀ ਆ, ਅਤੇ ਹੁਣ ਵੀ ਉਹ ਮੇਰੀ ਕਿਸੇ ਨੇ ਸੇਵਾ ਨਹੀਂ ਕੀਤੀ। ਇਸ ਕਰਕੇ ਉਹ ਕੁੜੀ ਆ ਕੇ ਲਿਜਾਂਦੀ ਸੀ, ਉਹਨੂੰ ਵੀ ਕੁੱਟਿਆ ਇਹਨਾਂ ਨੇ। ਇਸ ਕਰਕੇ ਉਹਨੂੰ ਮੈਂ ਕਿਹਾ ਤੂੰ ਉੱਧਰ ਜਾ। ਉੱਧਰੋਂ ਮੇਰੀ ਅੱਖ ਬਣਵਾਈ ਸੀ, ਅਤੇ ਕਿਹੜੀ ਕੁੜੀ ਨੂੰ ਕੁੱਟਿਆ? ਮੇਰੀ ਕੁੜੀ ਨੂੰ, ਜਿਹੜੀ ਬਾਹਰੋਂ ਆਈ ਸੀ? ਜਿਹੜੀ ਬਾਹਰੋਂ ਆਈ ਉਹਨੂੰ ਦੋ ਦਿਨ ਹੋਏ ਸੀ। ਅੱਛਾ, ਉਹਨੂੰ ਵੀ ਕੁੱਟਮਾਰ ਕੀਤੀ? ਉਹਨੂੰ ਕੁੱਟ ਮਾਰ ਕੇ। ਇਸ ਕਰਕੇ ਇਨਸਾਫ ਨਹੀਂ ਮਿਲਣਾ। ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਜ਼ਿੰਦਗੀ ਜਿਹੜੀ ਆ ਸਾਰੀ ਬੀਤ ਗਈ, ਤਾਂ ਇਹ ਵੀ ਬੀਤ ਜਾਏਗੀ ਬਸ। ਮਾਤਾ, ਲੋਕ ਤਾਂ ਬਿਰਧ ਆਸ਼ਰਮ ਬਣਾ ਕੇ ਬਜ਼ੁਰਗਾਂ ਨੂੰ ਸੰਭਾਲਦੇ ਆ। ਮੈਂ ਵੀ ਇਹੀ ਸੋਚਦੀ ਸੀ ਕਿ ਮੈਨੂੰ ਵੀ ਕਹਿੰਦੇ ਸੀ ਬਿਰਧ ਆਸ਼ਰਮ ਚਲੇ ਜਾ। ਮੈਂ ਸੋਚਿਆ ਕਿ ਜਿੰਨਾ ਚਿਰ ਇਹ ਮੈਨੂੰ ਰੋਟੀ ਦੇ ਸਕਦੀਆਂ, ਪੈਸੇ ਹੈਗੇ ਆ, ਇਹਨਾਂ ਨੂੰ ਦੇਣੇ ਹੁੰਦੇ ਆ, ਤਾਂ ਕਮ ਸੇ ਕਮ ਤਾਜ਼ੀ ਰੋਟੀ ਤਾਂ ਮਿਲੇਗੀ। ਉੱਥੇ ਬਿਰਧ ਆਸ਼ਰਮ ਵੀ ਤਾਜ਼ੀ ਰੋਟੀ ਨਹੀਂ ਮਿਲਦੀ, ਮੈਂ ਦੇਖ ਆਈ ਹਾਂ ਸਾਰਾ। ਨਹੀਂ, ਮੈਂ ਗੱਲ ਇਹ ਕਰਦਾ ਸੀ ਕਿ ਬਹੁਤ ਸਾਰੇ ਲੋਕ ਬਿਰਧ ਆਸ਼ਰਮ ਬਣਾਉਂਦੇ ਆ, ਉੱਥੇ ਹੋਰ ਬਜ਼ੁਰਗਾਂ ਨੂੰ ਲਿਆ ਕੇ ਸੰਭਾਲਦੇ ਆ, ਹਨਾ। ਉਹ ਵੀ ਪੁੱਤਰ ਹੁੰਦੇ ਆ ਕਿਸੇ ਦੇ। ਤੁਹਾਡੇ ਪੁੱਤਰ ਤੁਹਾਨੂੰ ਧੱਕੀ ਜਾਂਦੇ ਆ, ਕਿਤੇ ਨਾ ਕਿਤੇ ਤੁਸੀਂ ਆਪ ਦੀ ਗਲਤੀ ਨਹੀਂ ਮੰਨਦੇ? ਜੇ ਪੁੱਤਰਾਂ ਨੂੰ ਤੁਸੀਂ ਪਿਆਰ ਕਰੋ, ਤੁਹਾਡਾ ਸਤਿਕਾਰ ਕਰਨ, ਉਹ ਪਿਆਰ ਉਦੋਂ ਤੱਕ ਸੀਗਾ ਜਦੋਂ ਤੱਕ ਪੈਸੇ ਦਿੱਤੇ ਗਏ ਪੈਸੇ। ਹੁਣ ਜਦੋਂ ਉਹਨੂੰ ਸਾਰਿਆਂ ਦੇ ਸਾਹਮਣੇ ਮੈਨੂੰ ਨੰਗੇ ਕਰਤਾ, ਤੇ ਮੈਂ ਕਿਹਾ ਇਹਨਾਂ ਪੈਸਿਆਂ ਨੂੰ ਕੀ ਕਰਨਾ, ਇਹਨਾਂ ਨੂੰ ਦਿਓ ਤੇ ਰੋਟੀ ਖਾ ਲਓ। ਬਿਲਕੁਲ ਜੀ, ਮਾਤਾ ਕਹਿ ਰਹੀ ਹੈ ਕਿ ਸਿਰਫ ਪੈਸੇ ਦਾ ਲਾਲਚ ਹੈ, ਥਾਂ ਦਾ ਲਾਲਚ ਹੈ, ਘਰ ਦਾ ਲਾਲਚ ਹੈ, ਜਿਹੜਾ ਪਲਾਟ ਹੈ ਇਹਦਾ ਲਾਲਚ ਹੈ। ਪੁੱਤਰਾਂ ਨੂੰ ਮਾਂ ਦਾ ਕੋਈ ਪਿਆਰ ਨਹੀਂ ਹੈ। ਮਾਂ ਕਹਿੰਦੀ ਹੈ ਕਿ ਮੈਂ ਬਿਰਧ ਆਸ਼ਰਮ ਵੀ ਜਾ ਕੇ ਨਹੀਂ ਰਹਿ ਸਕਦੀ। ਚੰਗੀ ਨੌਕਰੀ ਕਰਦੇ ਸੀ, ਵਧੀਆ ਪਰਿਵਾਰ ਹੱਸਦਾ ਖੇਡਦਾ ਸੀ। ਮਾਂ ਨੇ, ਬਾਪ ਨੇ ਵੱਡੇ ਸੁਪਨੇ ਬੁਣੇ ਸੀ ਕਿ ਸਾਡੇ ਪੁੱਤਰ ਵੱਡੇ ਹੋਣਗੇ, ਸਾਡੀ ਸਾਂਭ ਸੰਭਾਲ ਕਰਨਗੇ, ਦੇਖ ਰੇਖ ਕਰਨਗੇ, ਸਾਡਾ ਸਹਾਰਾ ਬਣਨਗੇ। ਪਰ ਇਸ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਵੱਡੇ ਪੁੱਤਰ ਹੋ ਕੇ ਇਸ ਤਰ੍ਹਾਂ ਮੇਰੇ ਨਾਲ ਬਦਤਮੀਜ਼ੀ ਕਰਨਗੇ, ਮੇਰੇ ਨਾਲ ਅਤਿਆਚਾਰ ਕਰਨਗੇ, ਮੈਨੂੰ ਇਸ ਘਰ ਦੇ ਵਿੱਚ ਰੋਲਣਗੇ, ਬੁਢਾਪੇ ਮੌਕੇ ਮੈਨੂੰ ਰੋਲਣਾ ਪਊ, ਜਾਂ ਮੈਨੂੰ ਇਸ ਤਰ੍ਹਾਂ ਕੋਈ ਸਹਾਇਕ ਔਰਤਾਂ ਰੱਖਣੀਆਂ ਪੈਣਗੀਆਂ, ਮੈਨੂੰ ਇਸੇ ਘਰ ਦੇ ਵਿੱਚ ਬੈਠ ਕੇ ਮੈਨੂੰ ਰੋਟੀ ਲਈ ਝਾਕਣਾ ਪਊ, ਰੋਟੀ ਲਈ ਤਰਸਣਾ ਪਊ। ਮਾਂ ਕਹਿੰਦੀ ਹੈ ਕਿ ਮੈਨੂੰ ਮਾਰਨ ਲਈ ਜ਼ਹਿਰੀਲਾ ਧੂੰਆਂ ਵੀ ਛੱਡਿਆ ਗਿਆ, ਕੁੱਟਮਾਰ ਵੀ ਕੀਤੀ ਗਈ, ਗੱਲ ਥਾਣਿਆਂ ਤੱਕ ਪਹੁੰਚ ਗਈ। ਪਰ ਮਾਂ ਅੱਜ ਬੁਢਾਪੇ 'ਚ ਇਨਸਾਫ ਦੀ ਗੱਲ ਕਰਦੀ ਹੈ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ। ਜਿਹੜੇ ਪੁੱਤਰਾਂ ਤੋਂ ਬੁਢਾਪੇ 'ਚ ਸਾਂਭ ਸੰਭਾਲ ਕਰਨ ਦੀ ਗੱਲ ਹੋਣੀ ਸੀ, ਉਸ ਉਮਰ 'ਚ ਆ ਕੇ ਉਹਨਾਂ ਪੁੱਤਰਾਂ
ਨੇ ਅਤਿਆਚਾਰ ਕੀਤਾ ਤੇ ਸਰਕਾਰ ਔਰ ਪੁਲਿਸ ਤੋਂ ਮਾਂ ਇਹ ਇਨਸਾਫ ਮੰਗਦੀ ਹੈ। ਤਾਂ ਦਰਸ਼ਕੋ, ਜੋ ਬਿਰਧ ਮਾਤਾ ਵੱਲੋਂ ਆਪਣੇ ਪੁੱਤਰ ਤੇ ਦੋਸ਼ ਲਾਏ ਗਏ ਔਰ ਨੂੰਹ ਤੇ ਦੋਸ਼ ਲਾਏ ਗਏ ਆ ਕਿ ਮੇਰੀ ਕੁੱਟਮਾਰ ਕੀਤੀ ਜਾਂਦੀ ਆ, ਘਰ ਤੋਂ ਬਾਹਰ ਮੈਨੂੰ ਕੱਢਿਆ ਜਾਂਦਾ, ਮੇਰਾ ਘਰ ਹੜੱਪਣ ਦੀ ਗੱਲਬਾਤ ਕੀਤੀ ਜਾਂਦੀ ਹੈ, ਮੈਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਪਿਛਲੇ ਦਿਨੀ ਮੇਰੇ ਘਰ ਦੇ ਵਿੱਚ, ਮੇਰੇ ਰੂਮ ਦੇ ਵਿੱਚ ਜ਼ਹਿਰੀਲਾ ਧੂੰਆਂ ਛੱਡ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪੁੱਤਰ ਪਰਮਜੀਤ ਸਿੰਘ ਨਾਲ ਆ ਮਾਤਾ ਦਾ। ਮਾਤਾ ਨੇ ਤੁਹਾਡੇ ਤੇ ਗੰਭੀਰ ਦੋਸ਼ ਲਾਏ ਆ, ਕਹਿੰਦੇ ਕੁੱਟਦੇ ਮਾਰਦੇ ਹੋ। ਕਿਉਂ ਕੁੱਟਦੇ ਮਾਰਦੇ ਹੋ ਜੀ? ਭਾਜੀ ਮੈਂ ਇਹਨੂੰ ਬਿਲਕੁਲ ਗਲਤ ਕਹਿੰਦਾ। ਮੈਂ ਮੰਮੀ ਤੋਂ 20 ਤਰੀਕ ਨੂੰ 20/11 ਨੂੰ ਇਹਨਾਂ ਨੇ ਮੇਰੇ ਤੇ ਕੇਸ ਦਰਜ ਕਰਾਇਆ। ਇਹਨਾਂ ਨੇ ਤੇ ਇਹਨਾਂ ਦੀ ਬੇਟੀ ਮੇਰੀ ਭੈਣ ਜਿਹੜੀ ਨਮਰਤਾ ਸੈਣੀ ਆ, ਉਹਨੇ 20 ਤਰੀਕ 20/11/2019 ਨੂੰ ਮੇਰੇ ਉੱਤੇ ਕੇਸ ਦਰਜ ਕਰਾਤਾ ਵੀ ਇਹ ਇੱਥੇ ਰਹਿੰਦੇ ਆ ਜੀ ਤੇ ਤੁਹਾਡੀ ਕੋਈ ਜਗ੍ਹਾ ਨਹੀਂ ਹੈਗੀ, ਤੁਸੀਂ ਇੱਥੋਂ ਨਿਕਲ ਜਾਓ। ਅਸੀਂ ਡਰਦੇ ਮਾਰੇ ਅਸੀਂ ਨਿਕਲ ਗਏ ਤੇ ਉਸ ਤੋਂ ਬਾਅਦ ਸਾਡੇ ਦੇ ਉੱਤੇ ਪਰਚਾ ਦਰਜ ਕਰਾ ਦਿੱਤਾ। ਨਹੀਂ, ਭੈਣ ਨੇ ਤੁਹਾਡੀ ਨੇ ਮਾਮਲਾ ਦਰਜ ਕਰਵਾਤਾ, ਮਾਤਾ ਦਾ ਕੀ ਕਸੂਰ ਹੈ ਜੀ? ਮਾਤਾ ਨੇ ਦਰਜ ਕਰਾਇਆ ਜੀ। ਮਾਤਾ ਨੇ ਸਟੇਟਮੈਂਟ ਦਿੱਤੀ ਵੀ ਮੈਨੂੰ ਮਾਰਦੇ ਕੁੱਟਦੇ ਆ, ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਕਰਦੀ। 25 ਸਾਲ ਹੋ ਗਏ ਮੇਰੇ ਨਾਲ ਰਹਿੰਦਿਆਂ ਨੂੰ ਤੇ ਮੈਂ ਕਦੀ ਕੋਈ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ। ਜੇ ਤੰਗ ਪਰੇਸ਼ਾਨ ਕਰਤਾ ਕਹਿੰਦੇ ਆ ਇਹ, ਤੇ ਇਹਨਾਂ ਨੂੰ ਕਹੋ ਵੀ ਕੋਈ ਮਹੱਲੇ ਦਾ ਬੰਦਾ ਦੱਸ ਦੇਵੇ ਜਿਹੜੇ ਸਾਡੇ ਤੋਂ, ਮੈਂ ਨੌਕਰੀ ਕਰਨ ਜਾਂਦਾ, ਮੇਰੇ ਤੋਂ ਪਿੱਛੋਂ ਜੇ ਕੋਈ ਘਰ ਆਉਂਦਾ ਹੋਵੇ ਵੀ ਇਹਨੇ ਕਦੀ ਕੁੱਟਮਾਰ ਕੀਤੀ ਹੋਵੇ। ਅਸੀਂ ਸਾਰੀ ਰੋਟੀ ਪਾਣੀ ਬਣਾ ਕੇ ਕੰਮ ਵਾਲਿਆਂ ਕੋਲ ਛੱਡ ਕੇ ਜਾਈਦਾ ਇਹਨਾਂ ਨੂੰ। ਜਿਹੜੇ ਇਹਦੀ ਮਾਂ ਦੀ ਉਮਰ ਆ, ਵੱਡੀ ਉਮਰ ਆ, ਉਹ ਕਿਉਂ ਦੋਸ਼ ਲਾਊਗੀ ਤੁਹਾਡੇ ਤੇ? ਤੁਸੀਂ ਪੁੱਤਰ ਹੋ, ਢਿੱਡੋਂ ਜੰਮੇ ਹੋ, ਢਿੱਡੋਂ ਜੰਮੇ ਤੇ ਕਿਉਂ ਕੇਸ ਕਰੂਗੀ ਜੀ? ਸਰ ਗਲਤ ਫਹਿਮੀਆਂ ਜਿਹੜੀਆਂ ਹੋਈਆਂ ਕਰਕੇ ਇਹ ਇੱਦਾਂ ਕੀ ਕ੍ਰੀਏਟ ਕੀਤੀਆਂ। ਸਾਡੀ ਭੈਣ ਜਿਹੜੀ ਆ, ਉਹਨੇ ਇਹਨਾਂ ਨੂੰ 14 ਤਰੀਕ ਨੂੰ ਉਹ ਆਈ ਆ ਤੇ 20 ਤਰੀਕ ਨੂੰ 19 ਤਰੀਕ ਨੂੰ ਇਹਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਇਹ ਮੇਰੇ ਜਾਲ ਵਿੱਚ ਫਸਣ ਵਾਲਾ ਹੀ ਆ। ਕੌਣ ਜਾਲ ਵਿੱਚ ਫਸਣ ਵਾਲਾ? ਮੈਂ ਪਰਮਜੀਤ। ਔਰ ਇਹ ਘਰ ਦੇ ਅੰਦਰ ਰਿਕਾਰਡਿੰਗਾਂ ਬਣਾਉਂਦੇ ਸੀ, ਰਿਕਾਰਡਿੰਗਾਂ ਲਗਾਉਂਦੇ ਸੀਗੇ ਤੇ ਵੀਡੀਓ ਬਣਾਉਂਦੇ ਸੀਗੇ। ਮੈਂ ਇਹਨਾਂ ਨੂੰ ਪੁੱਛਿਆ ਵੀ ਇਹ ਗੱਲ ਹੀ ਕਰਦੇ ਪਏ ਆ, ਬਸ ਇਹ ਇੰਨੀ ਗੱਲ ਤੋਂ ਤਕਰਾਰ ਕਰਕੇ ਫੋਨ ਅੱਗੇ ਰੱਖ ਕੇ ਤੇ ਫੋਨ ਅੱਗੇ ਰੱਖ ਕੇ ਤੇ ਚੀਕਾਂ ਮਾਰਨ ਲੱਗ ਪਏ, ਸਰ ਮੈਨੂੰ ਮਾਰ ਸੱਟਿਆ, ਸਰ ਮੈਨੂੰ ਮਾਰ ਸੱਟਿਆ। ਔਰ ਇੰਨੀਆਂ ਇੱਦਾਂ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਵੀ ਪੁਲਿਸ ਕੋਲ ਵੀ ਮੈਂ ਪੁਲਿਸ ਪ੍ਰੋਟੈਕਸ਼ਨ ਲਈ ਆ ਤੇ ਇਸ ਕਰਕੇ ਮੈਂ ਉਹਨਾਂ ਨੂੰ ਇਹ ਸਬੂਤ ਦੇਣੇ ਆ। ਇਹ ਤੁਹਾਡਾ ਜਿਹੜਾ ਵਾਦ ਵਿਵਾਦ ਚੱਲਦਾ ਮਾਤਾ ਦੇ ਨਾਲ, ਕਦੋਂ ਕੁ ਚੱਲਦਾ ਜੀ? ਭਾਈ ਇਹ ਵਿਵਾਦ ਜਿਹੜਾ ਆ ਉਹ ਜਿਹੜਾ ਜਦੋਂ ਦੀ ਭੈਣ ਸਾਡੀ ਆਈ 14 ਤਰੀਕ ਦੇ ਲੱਗ ਜਾ ਕੇ, ਉਸ ਤੋਂ ਪਹਿਲੇ 5 ਤਰੀਕ ਨੂੰ ਇਹਨਾਂ ਦਾ ਜਵਾਈ ਜਿਹੜਾ ਆਇਆ ਸੀਗਾ, ਘਰ ਆਇਆ ਸੀ, ਔਰ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਉਹਦੇ ਮਾਤਾ ਨੇ ਆਪਣੀ ਦੇਖ ਰੇਖ ਵਾਸਤੇ 2 ਕੇਅਰ ਵਾਸਤੇ ਲੇਡੀਜ਼ ਰੱਖੀਆਂ ਨੇ। ਉਹ ਕਹਿੰਦੀ ਉਹ ਮੇਰੀ ਧੀ ਨੇ ਰੱਖ ਕੇ ਦਿੱਤੀਆਂ, ਧੀ ਮੇਰੀ ਕੇਅਰ ਕਰਦੀ ਹੈ, ਪੁੱਤ ਤਾਂ ਮੈਨੂੰ ਪੁੱਛਦੇ ਨਹੀਂ। ਪੁੱਤ ਨੇ ਚੱਕ ਕੇ ਤਾਂ ਥੱਲੇ ਮਾਰਿਆ ਮੰਜੇ ਤੋਂ, ਕਹਿੰਦੀ ਮੇਰਾ ਚੂਕਣਾ ਟੁੱਟ ਗਿਆ। ਭਾਜੀ ਚੂੜਾ ਟੁੱਟੇ ਨੂੰ 4 ਸਾਲ ਹੋ ਗਏ, ਪਹਿਲੀ ਗੱਲ। ਦੂਜੀ ਗੱਲ ਇਹ ਆ ਵੀ ਜੇ ਇਹਨਾਂ ਨੂੰ ਕਦੀ ਲੱਗਿਆ ਹੋਵੇ ਵੀ ਮੈਂ ਸੇਵਾ ਨਹੀਂ ਕਰਦਾ ਤੇ ਮੇਰੇ ਕੋਲ ਕਿਉਂ ਰਹਿੰਦੇ ਸੀ? ਬਿਲਕੁਲ ਨਾਲ ਮੇਰੇ ਭਰਾ ਦਾ ਮਕਾਨ ਆ, ਉਹਦੇ ਵਿੱਚ ਭਰਾ ਦੇ ਨਾਲ ਕਿਉਂ ਨਹੀਂ ਜਾ ਕੇ ਰਹਿ ਸਕੇ? ਹਮੇਸ਼ਾ ਮੈਨੂੰ ਹੀ ਇਹ ਦੋਸ਼ ਦਿੰਦੇ ਰਹੇ ਆ। ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਵੀ ਟੀਚਰ ਹੋ, ਮਾਤਾ ਜੀ ਟੀਚਰ ਸੀ, ਤੁਹਾਡੇ ਪਿਤਾ ਜੀ ਇੱਕ ਵੱਡੇ ਅਹੁਦੇ ਤੇ ਸੀ, ਉੱਚ ਅਹੁਦੇ ਤੇ ਸਤਿਕਾਰਯੋਗ ਅਹੁਦੇ ਆ, ਤੁਹਾਡੇ ਵੀ ਸਤਿਕਾਰਯੋਗ ਅਹੁਦੇ ਆ। ਪੜ੍ਹੇ ਲਿਖੇ ਪਰਿਵਾਰ ਇਸ ਤਰ੍ਹਾਂ ਕਰਨਗੇ ਤੇ ਆਮ ਲੋਕਾਂ ਦਾ ਕੀ ਬਣੇਗਾ? ਸਰ ਮੈਂ ਇਹਨਾਂ ਨੇ ਜਿੱਦਾਂ ਜਾਇਦਾਦ ਦੀ ਗੱਲ ਕੀਤੀ ਮੇਰੇ ਨਾਲ, ਮੈਂ ਇਹਨਾਂ ਨੂੰ ਗੱਲ ਕਹੀ ਵੀ ਮੰਮੀ ਮੈਂ ਪਿਛਾਤੀ ਤੁਸੀਂ ਮੈਨੂੰ ਕੱਢ ਦਿੱਤਾ ਹੈ ਨਾ ਕਾਗਜ਼ਾਂ ਵਿੱਚੋਂ, ਮੈਂ ਜਿੱਥੇ ਵੀ ਰਹੂੰਗਾ ਤੁਸੀਂ ਮੇਰੇ ਨਾਲ ਰਹੋ। ਪਰ ਮਾਪੇ ਕਹਿੰਦੇ ਲੱਖੀ ਨਾ ਕਰੋੜੀ ਕਿਸੇ ਕੀਮਤ ਤੇ ਮਿਲਦੇ ਨਹੀਂ। ਸਰ ਮੈਂ ਇਹੀ ਗੱਲ ਕਹੀ ਵੀ ਮਾਂ ਮੇਰੀ ਏ, ਤੂੰ ਮੇਰੇ ਨਾਲ ਰਹਿ, ਮਕਾਨ ਜਿਹਨੂੰ ਦੇਣਾ ਤੂੰ ਦੇ ਦੇ, ਜਾਇਦਾਦ ਦੇਣੀ ਦੇ ਦੇ, ਆਪਣੀ 60,000 ਜਿਹੜੀ ਪੈਨਸ਼ਨ ਤੁਹਾਨੂੰ ਆਉਂਦੀ ਆ ਉਹ ਵੀ ਜਿਹਨੂੰ ਮਰਜ਼ੀ ਦੇ ਦਿਓ, ਖਾਤਾ ਨੰਬਰ ਵੀ ਉਹਨਾਂ ਨੂੰ ਦੱਸ ਦਿਓ, ਤੁਸੀਂ ਸਿਰਫ ਮੇਰੇ ਕੋਲ ਆਓ ਤੇ ਰੋਟੀ ਪਾਣੀ ਖਾਓ ਤੇ ਆਪਣਾ ਰੱਬ ਦਾ ਨਾਂ ਲਓ। ਫਿਰ ਵੀ ਮਾਤਾ ਰਹਿਣ ਨੂੰ ਤਿਆਰ ਨਹੀਂ ਰਹਿਣ ਨੂੰ ਤਿਆਰ ਸੀ। ਕੀ ਕਾਰਨ? ਸਰ ਇਹ ਤਾਂ ਉਹੀ ਜਾਣ ਸਕਦੇ ਵੀ ਉਹਨਾਂ ਨੂੰ ਕੀ ਕਾਰਨ ਆ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਮੈਂ ਹੁਣ ਵੀ ਰੱਖਣ ਨੂੰ ਤਿਆਰ ਆ, ਮੈਂ ਜਿੱਦਾਂ ਕਹੋਗੇ ਮੈਂ ਉੱਦਾਂ ਦੀ ਸੇਵਾ ਕਰਨ ਨੂੰ ਤਿਆਰ ਹਾਂ ਜੀ। ਮਾਤਾ ਨੇ ਦੋਸ਼ ਵੱਡੇ ਲਾਏ ਆ, ਉਮਰ ਇਨਸਾਨ ਦੀ ਬਦਲਦੀ ਰਹਿੰਦੀ ਆ, ਦਰ ਬਾਈ ਦਰ ਪੜਾਅ ਚੱਲਦਾ ਰਹਿੰਦਾ। ਕੱਲ੍ਹ ਨੂੰ ਤੁਹਾਡੇ ਤੇ ਵੀ ਦਿਨ ਆ ਸਕਦੇ, ਮੇਰੇ 'ਤੇ ਵੀ ਇਹ ਗੱਲ ਆਉਣੀ, ਮੇਰੀ ਉੱਤੇ ਵੀ ਇਹ ਪੋਜੀਸ਼ਨ ਆਉਣੀ ਆ ਕੱਲ੍ਹ ਨੂੰ ਵੀ ਮੈਂ ਇਸੇ ਗੱਲ ਨੂੰ ਸੋਚ ਕੇ ਵੀ ਮੇਰੇ ਬੱਚੇ ਵੀ ਮੇਰੇ ਨਾਲ ਇੱਦਾਂ ਨਾ ਕਰਨ। ਮੈਂ ਮਾਂ ਦੇ ਕੋਲ ਜਾ ਕੇ ਪੈਰੀ ਪੈ ਕੇ ਕਿਹਾ ਮੰਮੀ ਮੇਰੇ ਕੋਲ ਜੇ ਕੋਈ ਗਲਤੀ ਹੋ ਗਈ ਹੈ ਮੈਨੂੰ ਮਾफ़ ਕਰ ਦੇ, ਔਰ ਤੁਸੀਂ ਮੇਰੇ ਨਾਲ ਰਹੋ
ਤੇ ਮੈਂ ਜਿੱਦਾਂ ਵੀ ਰੱਖੂੰਗਾ, ਜੇ ਮੈਂ ਲੂਣ ਨਾ ਖਾਊਂਗਾ ਤੁਹਾਨੂੰ ਅਚਾਰ ਨਾ ਦਊਂਗਾ, ਜੇ ਮੈਂ ਅਚਾਰ ਨਾ ਖਾਊਂਗਾ ਤੁਹਾਨੂੰ ਮੈਂ ਸਬਜ਼ੀ ਨਾਲ ਰੋਟੀ ਦਊਂਗਾ, ਜਿੱਦਾਂ ਦੀ ਰੁੱਖੀ ਸੁੱਕੀ ਖਾਊਂਗਾ ਤਾਂ ਮੈਂ ਤੁਹਾਨੂੰ ਦਊਂਗਾ। ਤੁਸੀਂ ਪੈਸੇ ਵੀ ਨਾ ਮੈਨੂੰ ਦਿਓ, ਪੈਨਸ਼ਨ ਜਿਹਨੂੰ ਦੇਣੀ ਦੇ ਦਿਓ, ਤੇ ਜ਼ਮੀਨ ਜਾਇਦਾਦ ਜਿਹਨੂੰ ਦੇਣੀ ਦੇ ਦਿਓ, ਮੈਨੂੰ ਕੋਈ ਕਿਸੇ ਨਾਲ ਲਾਲਚ ਨਹੀਂ ਹੈਗਾ। ਤਾਂ ਇਹ ਮਾਤਾ ਦੇ ਪੁੱਤਰ ਨੇ ਪਰਮਜੀਤ ਸਿੰਘ, ਜੋ ਸਾਰੇ ਦੋਸ਼ਾਂ ਨੂੰ ਨਕਾਰ ਰਹੇ ਨੇ। ਮਾਤਾ ਨੇ ਵੱਡੇ ਦੋਸ਼ ਆਪਣੇ ਪੁੱਤਰ ਤੇ ਲਾਏ ਸੀ ਔਰ ਨਾਲ ਦੀ ਨਾਲ ਨੂੰਹਾਂ ਤੇ ਦੋਸ਼ ਲਾਏ ਆ। ਨੂੰਹਾਂ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ। ਮਾਤਾ ਕਹਿੰਦੀ ਕਿ ਮੇਰੇ ਕਮਰੇ ਦੇ ਵਿੱਚ, ਰੂਮ ਦੇ ਵਿੱਚ ਧੂੰਆਂ ਜ਼ਹਿਰੀਲਾ ਛੱਡ ਦਿੱਤਾ ਸੀ, ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਵਾਰ-ਵਾਰ ਮੈਨੂੰ ਜਿਹੜਾ ਜਲੀਲ ਕੀਤਾ ਜਾਂਦਾ, ਤੰਗ ਪਰੇਸ਼ਾਨ ਕੀਤਾ ਜਾਂਦਾ। ਨੂੰਹਾਂ ਦਾ ਕੀ ਕਹਿਣਾ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਤਾਂ ਦਰਸ਼ਕੋ, ਇੱਕ ਮਾਤਾ ਨੇ ਹੋਰ ਦੋਸ਼ ਲਾਇਆ ਸੀ ਕਿ ਮੇਰਾ ਪੁੱਤਰ ਹਰਪਾਲ ਸਿੰਘ ਦੀ ਮੌਤ ਹੋ ਜਾਂਦੀ ਹੈ, ਖੁਦਕੁਸ਼ੀ ਕਰ ਜਾਂਦਾ। ਖੁਦਕੁਸ਼ੀ ਤੋਂ ਬਾਅਦ ਮੇਰੀ ਨੂੰਹ ਅਵਤਾਰ ਕੌਰ ਵੱਲੋਂ ਮੇਰੇ ਤੇ ਮਾਮਲਾ ਦਰਜ ਕਰਵਾਇਆ ਜਾਂਦਾ, ਮੇਰੀ ਬੇਟੀ ਤੇ ਮਾਮਲਾ ਦਰਜ ਕਰਵਾਇਆ ਜਾਂਦਾ। ਉਹ ਨੂੰਹ ਅਵਤਾਰ ਕੌਰ ਨਾਲ ਹੈ। ਤੁਸੀਂ ਕਹਿੰਦੇ ਜੀ ਆਪਣੇ ਹਸਬੈਂਡ ਦੀ ਮੌਤ ਤੋਂ ਬਾਅਦ ਆਪਣੀ ਸੱਸ ਤੇ ਆਪਣੀ ਨਨਾਣ ਤੇ ਮਾਮਲਾ ਦਰਜ ਕਰਵਾਤਾ। ਸਰ ਮੈਂ ਨਹੀਂ ਦਰਜ ਕਰਵਾਇਆ ਮਾਮਲਾ ਉਹ ਖੁਦ ਲਿਖ ਕੇ ਗਏ ਨੇ, ਜੋ ਵੀ ਲਿਖ ਕੇ ਗਏ ਨੇ ਉਹ ਖੁਦ ਲਿਖ ਕੇ ਗਏ ਨੇ। ਸੁਸਾਈਡ ਨੋਟ ਹੈ ਉਹਨਾਂ ਦਾ ਲਿਖਿਆ ਹੋਇਆ, ਮੈਂ ਕੁਝ ਦਰਜ ਨਹੀਂ ਕਰਵਾਇਆ। ਮੈਂ ਤੇ ਸਿਰਫ ਇਹ ਕਹਿ ਰਹੀ ਹਾਂ ਜੋ ਕਹਿ ਰਹੇ ਨੇ ਉਹ ਸੱਚ ਕਹਿ ਰਹੇ ਨੇ, ਕਿਉਂਕਿ ਮੈਂ ਦੇਖਿਆ ਉਹ ਚੀਜ਼ ਕਿ ਉਹਨਾਂ ਨੂੰ ਤੰਗ ਕੀਤਾ। ਮੇਰੀ ਨਨਾਣ ਨਵੰਬਰ 'ਚ ਆਈ, ਉਹਨੇ ਪ੍ਰਾਪਰਟੀ ਨੂੰ ਲੈ ਕੇ ਝਗੜਾ ਕਰਨਾ ਸਟਾਰਟ ਕੀਤਾ। ਉਹ ਜੋ ਵੀ ਇਲਜ਼ਾਮ ਇਸ ਵੇਲੇ ਮਾਤਾ ਜੀ ਲਗਾ ਰਹੇ ਨੇ ਜਾਂ ਮੇਰੀ ਨਮਰਤਾ ਨਨਾਣ ਲਗਾ ਰਹੀ ਹੈ, ਉਹ ਸਾਰੇ ਦੇ ਸਾਰੇ ਝੂਠੇ ਨੇ। ਐਸਾ ਇਦਾਂ ਦਾ ਕੁਝ ਨਹੀਂ ਹੋਇਆ। ਮਾਤਾ ਨੂੰ ਅਸੀਂ ਬੜੇ ਚੰਗੇ ਢੰਗ ਨਾਲ, ਮੇਰੇ ਹਸਬੈਂਡ, ਮੇਰੇ ਦੇਵਰ ਦਰਾਣੀ ਦੋਨੋਂ, 30 ਸਾਲ ਮੇਰੇ ਵਿਆਹ ਨੂੰ ਹੋ ਗਏ ਸਰ, 25 ਸਾਲ ਇਹਨਾਂ ਦੇ ਵਿਆਹ ਨੂੰ ਹੋ ਗਏ। ਇੰਨੇ ਸਾਲਾਂ ਤੋਂ ਅਸੀਂ ਮਾਤਾ ਜੀ ਨੂੰ ਬਹੁਤ ਚੰਗੇ ਢੰਗ ਨਾਲ ਦੇਖ ਰਹੇ ਹਾਂ। ਬਹੁਤ ਅੱਛੀ ਫੈਮਿਲੀ ਹੈ, ਪੜ੍ਹੀ ਲਿਖੀ। ਮਾਤਾ ਜੀ ਵੀ, ਅਸੀਂ ਵੀ। ਮੇਰੇ ਫਾਦਰ ਇਨ ਲਾਅ ਸੈਸ਼ਨ ਜੱਜ ਰੀਡਰ ਸੀ। ਬਹੁਤ ਮਾਮਲੇ ਲੋਕਾਂ ਦੇ ਨਿਬੇੜਦੇ ਸੀ। ਅੱਜ ਸਾਡੇ ਘਰ ਤੇ ਸਾਡੀ ਮਾਤਾ ਨੂੰ ਸਿਰਫ ਔਰ ਸਿਰਫ ਉਹਦੀ ਕਸੂਰਵਾਰ ਜਿਹੜੀ ਹੈ ਉਹ ਮੇਰੀ ਸਿਸਟਰ ਇਨ ਲਾਅ ਨਮਰਤਾ ਹੈ, ਹੋਰ ਕੁਝ ਨਹੀਂ। ਜਿਹੜੇ ਤੁਸੀਂ ਕਹਿੰਦੇ ਆ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਹੋਇਆ, ਉਹਨਾਂ ਦੇ ਲਿਖਤੀ ਬਿਆਨ ਦਰਜ ਆ ਜਾਂ ਕਿੱਦਾਂ? ਹਾਂ, ਲਿਖਤੀ ਸੁਸਾਈਡ ਨੋਟ ਲਿਖ ਕੇ ਗਏ ਨੇ ਉਹ। ਨੋਟ ਮਾਤਾ ਤੇ ਉਹ ਤੁਹਾਡੀ ਨਨਾਣ ਕਹਿੰਦੀ ਹੈ ਇਹਨਾਂ ਨੇ ਲਿਖ ਕੇ ਜੇਬ 'ਚ ਪਾਇਆ ਜੀ। ਮੈਂ ਲਿਖ ਕੇ, ਮੈਂ ਹਿਮਾਚਲ ਦੀ ਪੜ੍ਹੀ ਲਿਖੀ ਹੈ, ਮੈਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ ਸਰ। ਜਿੱਦਾਂ ਦੀ ਫਲੂਐਂਸੀ ਨਾਲ ਲਿਖੀ ਹੋਈ ਹੈ, ਮੈਂ ਉਹਨਾਂ ਦਾ ਹੈਂਡ ਰਾਈਟਿੰਗ ਵੀ ਦੇ ਦਿੱਤੀ ਹੋਈ ਹੈ। ਉਹ ਗਈ ਹੋਈ ਹੈ ਉਹ ਕਰਨ ਲਈ, ਥੋੜ੍ਹੇ ਟਾਈਮ ਦੱਸ ਦੇਗਾ। ਮੈਂ ਹਿਮਾਚਲ ਦੀ ਪੜ੍ਹੀ ਹੋਈ ਹਾਂ, ਮੈਨੂੰ ਉੱਦਾਂ ਦੀ ਪੰਜਾਬੀ ਲਿਖਣੀ ਨਹੀਂ ਆਉਂਦੀ ਜਿੱਦਾਂ ਦੀ ਉਹ ਲਿਖੀ ਹੋਈ ਹੈ ਪੰਜਾਬੀ। ਤੁਸੀਂ ਖੁਦ ਵੀ ਦੇਖ ਸਕਦੇ ਹੋ, ਕੋਈ ਵੀ ਐਕਸਪੀਰੀਅੰਸਡ ਪਰਸਨ ਦੇਖੇਗਾ ਉਹਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਦੀ ਲਿਖੀ ਹੋਈ ਹੈ ਕਿ ਮੇਰੀ ਲਿਖੀ ਹੋਈ ਹੈ। ਉਹਨੂੰ ਟਾਈਮ ਦੱਸ। ਮੇਰਾ ਪੁੱਤਰ ਮੈਨੂੰ ਪਿਆਰ ਬਹੁਤ ਕਰਦਾ, ਬਹੁਤ ਪਿਆਰ ਸੀ, ਬਹੁਤ ਪਿਆਰ ਕਰਦਾ ਸੀ, ਇਹ 'ਚ ਕੋਈ ਸ਼ੱਕ ਨਹੀਂ। ਜਾਨ ਸੀ, ਇੱਕ ਜਿੰਦ ਜਾਨ ਸੀ ਮੇਰੇ ਘਰ ਵਾਲਾ ਔਰ ਮੇਰੀ ਮਦਰ ਇਨ ਲਾਅ। ਫਿਰ ਕਿਉਂ ਮਾਮਲਾ ਦਰਜ ਕਰਵਾਓ, ਕਿਉਂ ਬਿਆਨ ਐਸੇ ਦਰਜ ਕਰਵਾਓਗੇ? ਸਰ ਉਹਦਾ ਕਸੂਰਵਾਰ ਹੈ ਸਿਰਫ ਔਰ ਸਿਰਫ ਨਮਰਤਾ, ਮੇਰੀ ਸਿਸਟਰ ਇਨ ਲਾਅ, ਜਿਹਦੇ ਮਨ 'ਚ ਲਾਲਚ ਆ ਗਿਆ ਜ਼ਮੀਨ ਜਾਇਦਾਦ ਨੂੰ ਦੇਖ ਕੇ। ਸਾਡੇ ਬੱਚੇ ਪੜ੍ਹ ਲਿਖ ਗਏ, ਬਾਹਰ ਪੁੱਜ ਗਏ। 27-28 ਸਾਲ ਤੋਂ ਉਹ ਬਾਹਰ ਹੈ, ਕੈਨੇਡਾ। ਔਰ ਮੇਰੇ ਫਾਦਰ ਇਨ ਲਾਅ ਨੇ ਉਹਨੂੰ ਕਿਹਾ ਹੋਇਆ ਸੀ ਕਿ ਤੂੰ, ਮੇਰੇ ਘਰ ਵਾਲਾ ਸਿਰਫ ਇੱਕ ਫੈਮਿਲੀ 'ਚੋਂ ਬਿਜ਼ਨਸ ਕਰਦੇ ਸੀ, ਬਾਕੀ ਸਭ ਅੱਛੀ ਜੌਬ ਤੇ ਲੱਗੇ ਹੋਏ ਨੇ, ਪੈਨਸ਼ਨੇਬਲ ਜੌਬਸ ਤੇ। ਸਿਰਫ ਇੱਕ ਉਹਨਾਂ ਦੀ ਪੈਨਸ਼ਨ ਵਾਲੀ ਜੌਬ ਨਹੀਂ ਸੀ। ਮੇਰੇ ਫਾਦਰ ਇਨ ਲਾਅ ਨੇ ਇੱਕ ਸਿਰਫ ਉਹਦੀ ਡਿਊਟੀ ਇਹ ਲਗਾਈ ਹੋਈ ਸੀ ਬਾਹਰ ਗਈ ਦੀ ਨਮਰਤਾ ਦੀ, ਕਿ ਤੂੰ ਇਹਨੂੰ ਆਪਣੇ ਭਰਾ ਨੂੰ ਦੇਖਣਾ। ਤੇ ਉਹਨੇ ਕਿਸ ਤਰ੍ਹਾਂ ਦਾ ਆਪਣੇ ਭਰਾ ਨੂੰ ਦੇਖਿਆ, ਤੁਹਾਡੇ ਸਾਹਮਣੇ ਆ ਸਾਰੀ ਚੀਜ਼। ਤੇ ਆ ਕੇ ਪਿਛਲੇ ਕੁਝ ਮਹੀਨਿਆਂ ਤੋਂ ਉਹਦੇ ਮਨ 'ਚ ਸਰ ਲਾਲਚ ਆ ਗਿਆ ਸੀ, ਹੋਰ ਕੁਝ ਨਹੀਂ ਸੀ। ਬਹੁਤ ਅੱਛੀ ਫੈਮਿਲੀ ਹੈ, ਸਭ ਕੁਝ ਹੈ, ਮਾਂ ਦਾ ਪੁੱਤ ਦਾ ਬਹੁਤ ਪਿਆਰ ਸੀ, ਲੇਕਿਨ ਉਸ ਕੁੜੀ ਦੇ ਲਾਲਚ ਨੇ ਇੱਥੇ ਤੱਕ ਪਹੁੰਚਾ ਦਿੱਤਾ ਫੈਮਿਲੀ ਨੂੰ ਕਿ ਮੇਰਾ ਜੋ ਨੁਕਸਾਨ ਹੋ ਗਿਆ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ। ਉਹਨੂੰ ਉਹਦੀ ਕੋਈ ਪਰਵਾਹ ਹੀ ਨਹੀਂ ਹੈ, ਜੋ ਵੀ ਹੈ ਠੀਕ ਹੈ। ਤੇ ਬਾਕੀ ਤੁਹਾਡੇ ਹੱਥ 'ਚ ਤੁਹਾਨੂੰ ਅਸਲੀਅਤ ਜੋ ਦੱਸ ਰਹੇ ਹੈ ਉਹੀ ਆ, ਹੋਰ ਉਹਦੇ ਪਿੱਛੇ ਕੁਝ ਨਹੀਂ ਹੈ। ਜੋ ਵੀ ਉਸ ਤੋਂ ਬਾਅਦ ਹਜੇ ਵੀ ਮੈਨੂੰ ਚੈਨ ਨਾਲ ਨਹੀਂ ਜੀਣਾ ਦੇ ਰਹੇ ਉਹ। ਨਵੰਬਰ 'ਚ ਉਹ ਆਈ, ਨਵੰਬਰ 'ਚ ਮੇਰੇ ਦੇਰ ਦਰਾਣੀ ਨਾਲ ਲੜਾਈ ਝਗੜਾ ਕਰਕੇ ਝੂਠਾ ਇਹਨਾਂ ਨੂੰ ਘਰੋਂ ਬਾਹਰ ਕੱਢਤਾ। ਦਸੰਬਰ 'ਚ ਮੇਰੇ ਘਰ ਵਾਲਾ ਬਹੁਤ ਬਿਮਾਰ ਹੋ ਗਿਆ। 1 ਮਹੀਨੇ 'ਚ ਜਦੋਂ ਉਹਨਾਂ ਨੇ ਇਹ ਦੇਖਿਆ ਕਿ ਐਡਨੀ ਸਾਡੀ ਅੱਛੀ ਫੈਮਿਲੀ 'ਚ ਆ, ਕੀ ਸਾਰਾ ਕੁਝ ਹੋਣ ਲੱਗ ਗਿਆ। ਬੜਾ ਸਮਝਾਇਆ ਮਾਤਾ ਨੂੰ ਵੀ ਉਹਨਾਂ ਨੇ ਕਿ ਮੰਮੀ ਜੀ ਤੁਸੀਂ ਕੀ ਕਰਦੇ ਪਏ ਹੋ, ਜੇ ਉਹਨੂੰ ਕੁਝ ਦੇਣਾ ਹੀ ਹੈ ਤੁਸੀਂ ਤੇ ਮਿਲ ਬੈਠ ਕੇ ਸਾਰੇ ਜਾਣੇ ਬੈਠੋ, ਨਵੇੜੋ ਇਸ ਚੀਜ਼ ਨੂੰ ਜੋ ਵੀ ਹੈਗਾ। ਲੇਕਿਨ ਉਹਨੇ ਮੰਮੀ ਜੀ ਦੀ ਬਾਹ ਨਹੀਂ ਚੱਲਣ ਦਿੱਤੀ ਉਸ ਕੁੜੀ ਨੇ। ਉਹ ਉੱਥੇ ਏਜ ਕੇਅਰ 'ਚ ਕੰਮ ਕਰਦੀ ਆ, ਕੋਈ ਦਵਾਈਆਂ ਦੇਣ ਦਾ, ਉਹਨੇ ਕੋਈ ਕੋਰਸ ਕੀਤਾ ਹੋਇਆ ਹੈ। ਉਹ ਕੁਝ ਦਵਾਈਆਂ ਮਾਤਾ ਨੂੰ ਇਦਾਂ ਦੀਆਂ ਦਿੰਦੀ ਸੀਗੀ ਕਿ ਮਾਤਾ ਸਿਰਫ ਔਰ ਸਿਰਫ ਉਹਨਾਂ ਦੀ ਗੱਲ ਸੁਣਦੀ ਸੀ। ਆਪਣੇ ਪੁੱਤ ਦੀ ਵੀ, ਜਿਹੜਾ ਜਾਨ ਨਾਲੋਂ ਵੀ ਵੱਧ ਪਿਆਰਾ ਸੀ, ਉਹਦੀ ਵੀ ਗੱਲ ਨਹੀਂ ਇਸ ਲਈ ਸੁਣਦੀ ਸੀਗੀ। ਔਰ ਮੇਰੇ ਹਸਬੈਂਡ ਜਿੱਦਾਂ ਦੇ ਸੀਗੇ, ਕੋਈ ਯਕੀਨ ਨਹੀਂ ਕਰ ਸਕਦਾ ਕਿ ਉਹ ਬੰਦਾ ਕਿੱਦਾਂ ਸੁਸਾਈਡ ਕਰ ਸਕਦਾ। ਉਹਨੂੰ ਵੀ, ਅਸੀਂ ਤਿੰਨੇ ਹੀ ਸਕੂਲ ਚਲ ਜਾਂਦੇ ਸੀ, ਅਸੀਂ ਤਿੰਨੇ ਜੌਬ ਕਰਦੇ ਆ। ਉਹਨੂੰ ਵੀ ਕੁਝ ਪਿੱਛੋਂ ਐਦਾਂ ਇਕੱਠੇ ਬੈਠ ਕੇ ਮੇਰੇ ਸਕੂਲ ਜਾਣ ਦੀ ਵੇਟ ਕਰਦੀ ਹੁੰਦੀ ਸੀ ਉਹ, ਕਿ ਮੈਂ ਸਕੂਲ ਚਲ ਜਾ। ਪਿੱਛੋਂ ਬਾਜ਼ ਮਾਰ ਕੇ ਅੰਦਰੋਂ ਦੀ ਬੁਲਾ ਲੈਂਦੀ ਸੀ। ਇਕੱਠੇ ਖਾਂਦੇ ਪੀਂਦੇ ਸੀਗੇ, ਚਾਹ ਪਾਣੀ ਸਭ ਕੁਝ। ਪਤਾ ਨਹੀਂ ਉਹਨੂੰ ਕੀ ਖਿਲਾ ਕੇ ਉਹਨੇ ਮੌਤ ਤੱਕ ਪਹੁੰਚਾਤਾ ਉਹਨੇ।
ਮੈਨੂੰ ਨਹੀਂ ਸਮਝ ਆਉਂਦੀ ਉਹਨੇ ਕਿੱਦਾਂ ਉਹਨੂੰ ਉੱਥੇ ਤੱਕ ਪਹੁੰਚਾਤਾ। ਮੈਂ ਬੜੀ ਕੋਸ਼ਿਸ਼ ਕੀਤੀ, ਥੋੜੇ ਦਿਨ ਪਹਿਲਾਂ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ, ਮੈਂ ਉਦੋਂ ਵੀ ਬਹੁਤ ਕੋਸ਼ਿਸ਼ ਕੀਤੀ। ਇਹਨਾਂ ਦੇ ਸਾਹਮਣੇ ਮੈਂ ਇਹਨਾਂ ਨੂੰ ਕਿਹਾ, ਮੈਨੂੰ ਤੁਹਾਡੀ ਉਹ ਡਰਾਉਂਦੀ ਸੀਗੀ ਉਹਨਾਂ ਨੂੰ, ਮੈਂ ਤੇਰੇ ਤੇ ਇੰਨੇ ਕੇਸ ਦਰਜ ਕਰਤੇ, ਮੈਂ ਤੇਰੇ ਤੇ ਇੰਨੇ ਕੇਸ ਦਰਜ ਕਰਤੇ, ਤੈਨੂੰ ਇੰਨੇ ਲੱਖ ਰੁਪਏ ਦੇਣੇ ਪੈਣੇ ਮੇਰੇ ਲਈ, ਇੰਨੇ ਤੈਨੂੰ ਜੇਲ੍ਹ ਕਰਾ ਦੇਣੀ ਮੈਂ। ਇੱਦਾਂ ਦੀਆਂ ਚੀਜ਼ਾਂ ਤੋਂ ਡਰਾ ਕੇ, ਕੁਝ ਖਿਲਾ ਪਿਲਾ ਕੇ, ਕੁਝ ਸਾਡੇ ਤੇ ਜਿਹੜੇ ਹੁਣ ਇਹ ਦੋਸ਼ ਲਾਉਂਦੇ ਆ ਨਾ, ਉਹ ਖੁਦ ਉਹ ਕਰਦੀ ਸੀ, ਕੁਝ ਜਾਦੂ ਟੂਣੇ ਵੀ ਕਰਦੀ ਸੀ ਸਰ ਉਹ। ਨਹੀਂ ਤੇ ਮੇਰਾ ਮਰ ਨਹੀਂ ਸੀ ਸਕਦਾ, ਉਹ ਨਹੀਂ ਮਰ ਸਕਦਾ ਸੀ, ਮੈਨੂੰ ਛੱਡ ਕੇ ਨਹੀਂ ਉਹ ਜਾ ਸਕਦਾ ਸੀ, ਮੇਰੇ ਨਿਆਣੇ ਵੀ ਨਹੀਂ ਇੱਥੇ, ਉਹ ਮੈਨੂੰ ਨਹੀਂ ਛੱਡ ਕੇ ਜਾ ਸਕਦਾ ਸੀ। ਉਹਨੇ ਨਮਰਤਾ ਨੇ ਉਹਨੂੰ ਕੁਝ ਕਰਤਾ, ਉਹਨੇ ਮਾਰਤਾ, ਉਹਨੂੰ ਤਿਲ ਮਾਰਤਾ ਉਹਨੇ। ਨਵੰਬਰ ਦੀ ਆਈ ਹੋਈ ਫਰਵਰੀ ਤੱਕ ਰੋਜ਼ ਕਹਿੰਦੀ ਸੀਗੀ ਅੱਜ ਮੈਂ ਰਾਜੀਨਾਮਾ ਕਰ ਲੈਣਾ, ਅੱਜ ਮੈਂ ਰਾਜੀਨਾਮਾ ਕਰ ਲੈਣਾ। ਲੇਕਿਨ ਸਾਡੇ ਨਾਲ ਗੱਲ ਨਹੀਂ ਸੀ ਕਰਦੀ, ਹਰਪਾਲ ਨਾਲ ਅਲੱਗ ਗੱਲ ਕਰਦੀ ਸੀ, ਛੋਟੇ ਨਾਲ ਅਲੱਗ ਗੱਲ ਕਰਦੀ ਸੀ। ਉਹਦੇ ਮਨ 'ਚ ਕੀ ਚੱਲਦਾ ਸੀ ਕੋਈ ਨਹੀਂ ਸਮਝ ਆਉਂਦੀ ਸਰ। ਉਹ ਸਾਨੂੰ ਦੋਨਾਂ ਨੂੰ ਇੱਕ ਦੂਜੇ ਦੇ ਖਿਲਾਫ ਯੂਜ਼ ਕਰਦੀ ਸੀ। ਮੈਨੂੰ ਕਹਿੰਦੀ ਸੀਗੀ, ਮੈਨੂੰ ਤੇ ਮੇਰੇ ਘਰ ਵਾਲੇ ਨੂੰ ਕਹਿੰਦੀ ਸੀ, ਇਹਨਾਂ ਦੇ ਖਿਲਾਫ ਗਵਾਹੀ ਦਿਓ ਚੱਲ ਕੇ, ਤਾਂ ਮੈਂ ਤੁਹਾਡੇ ਉੱਤੋਂ ਕੇਸ ਵਾਪਸ ਲੈਣਾ। ਇਹਨਾਂ ਨੂੰ ਪਤਾ ਨਹੀਂ ਕੀ ਕਹਿੰਦੀ ਹੋਊਗੀ, ਸਾਡੇ ਖਿਲਾਫ ਕਹਿੰਦੀ ਹੋਊਗੀ, ਕੁਛ ਇੱਦਾਂ ਦਾ ਕਰਦੀ ਸੀ ਉਹ ਸਰ। ਸਾਨੂੰ ਨਹੀਂ ਸਮਝ ਆਈ ਵੀ ਉਹ ਚਾਹੁੰਦੀ ਕੀ ਸੀਗੀ। ਤੁਹਾਡੇ ਹਸਬੈਂਡ ਦੀ ਮੌਤ ਦਾ ਕਾਰਨ ਜਿਹੜੀ ਉਹ ਲਾਲਚ ਕਰਦੀ ਸੀ, ਤੁਹਾਡੀ ਨਨਾਣ ਪ੍ਰਾਪਰਟੀ ਦਾ ਲਾਲਚ ਉਸ ਦੀ ਖੁਦਕੁਸ਼ੀ ਦਾ ਕਾਰਨ ਬਣ ਗਿਆ ਸਰ। ਪ੍ਰਾਪਰਟੀ ਦਾ ਲਾਲਚ, ਉਹਨਾਂ ਨੂੰ ਬੇਇੱਜ਼ਤ ਦੇਖੋ ਸਰ। ਉਹ ਕਹਿੰਦੀ ਸੀਗੀ ਮੈਨੂੰ ਤਾਂ ਇੱਥੇ ਕੋਈ ਜਾਣਦਾ ਨਹੀਂ, ਮਾਂ ਮੇਰੀ ਬਾਹਰ ਨਿਕਲਦੀ ਨਹੀਂ, ਤੁਹਾਨੂੰ ਮੈਂ ਜੀਣ ਜੋਗੇ ਨਹੀਂ ਛੱਡਣਾ, ਬਾਹਰ ਨਿਕਲਣ ਜੋਗੇ ਨਹੀਂ ਛੱਡਣਾ, ਤੁਹਾਡੀਆਂ ਨੌਕਰੀਆਂ। ਛੋਟੇ ਨੂੰ ਵੀ ਡਰਾਉਂਦੀ ਧਮਕਾਉਂਦੀ ਸੀ, ਮੈਨੂੰ ਵੀ, ਕਿ ਮੈਂ ਇੱਕ ਅੱਛੀ ਪੋਸਟ ਤੇ। ਜੈਲਸੀ ਬਹੁਤ ਕਰਦੀ ਸੀ ਸਰ ਉਹ ਸਾਡੇ ਤੋਂ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿਉਂ ਕਰਦੀ ਸੀ, ਇਹ ਨਹੀਂ ਸਮਝ ਆਉਂਦੀ। ਮੰਨ ਲੈਂਦੇ ਆ ਤੁਹਾਡੇ ਤੇ ਜੈਲਸੀ ਕਰਦੀ ਸੀ, ਪਰ ਤੁਹਾਡੇ ਹਸਬੈਂਡ ਦੀ ਨਾਲ ਦੀ ਸਕੀ ਜੰਮੀ ਧੀ ਭੈਣ ਸੀ, ਕਿਉਂ ਕਰੂਗੀ ਉਹਦੇ ਸਰ ਨਾਲ? ਜਦੋਂ ਲਾਲਚ ਆ ਜਾਂਦਾ ਨਾ ਮਨ 'ਚ, ਉਦੋਂ ਸਭ ਪੜਦੇ ਪੈ ਜਾਂਦੇ ਆ। ਬਸ ਲਾਲਚ ਆ ਗਿਆ ਉਹਦੇ ਮਨ 'ਚ, ਉਹਦੇ ਘਰ ਵਾਲੇ ਦੇ 'ਚ, ਉਹਦੇ ਪਰਿਵਾਰ ਦੇ 'ਚ। ਉਹਨਾਂ ਕੋਲ ਇੱਥੇ ਘਰ ਨਹੀਂ ਕੋਈ ਵੀ ਇੰਡੀਆ 'ਚ ਰਹਿਣ ਲਈ। ਉਹ ਜਦੋਂ ਆਉਂਦੇ ਇੱਥੇ ਪਤਾ ਨਹੀਂ ਕਿਹਦੇ ਕੋਲ ਰਹਿੰਦੇ ਆ। ਬਸ ਇਹ ਲਾਲਚ ਆ ਗਿਆ ਕਿ ਇਸ ਘਰ 'ਚ ਅਸੀਂ ਉਹ ਕਰਨਾ। ਉਹਨੂੰ ਚੰਗੇ ਢੰਗ ਨਾਲ ਲੈਂਦੀ, ਦੇਣ ਨੂੰ ਤਿਆਰ ਸੀ ਦੋਨੇ ਭਰਾ। ਪਿੰਡ ਵਾਲੀ ਜ਼ਮੀਨ 'ਚੋਂ ਵੀ ਜੋ ਤੇਰਾ ਹਿੱਸਾ ਬਣਦਾ ਲੈ ਲਾ। ਸਿਰਫ ਭਰਾ ਹੀ ਨਹੀਂ ਸਰ, ਪੂਰੇ ਰਿਸ਼ਤੇਦਾਰ, ਪੂਰੀ ਫੈਮਿਲੀ ਨੇ ਬੈਠ ਕੇ ਬਹੁਤ ਕੋਸ਼ਿਸ਼ ਕੀਤੀ ਕਿ ਮਾਮਲਾ ਜਿਹੜਾ ਇਹ ਨਿਬੜ ਜਾਏ। ਲੇਕਿਨ ਉਸ ਕੁੜੀ ਦੇ ਮਨ 'ਚ ਕੁਝ ਇਦਾਂ ਦਾ ਕੀ ਆ ਗਿਆ ਸੀਗਾ ਕਿ ਉਸ ਨੇ ਉਹਨੂੰ, ਮੇਰੇ ਘਰ ਵਾਲੇ ਨੂੰ ਇੱਥੇ ਤੱਕ ਪਹੁੰਚਾਤਾ ਸਰ। ਮੈਨੂੰ ਨਹੀਂ ਇਹ ਚੀਜ਼ ਪਤਾ। ਡਰਾਇਆ, ਧਮਕਾਇਆ, ਇੱਕ ਚੰਗੇ ਬੰਦੇ ਨੂੰ 5 ਫੁੱਟ 8 ਇੰਚ ਕੱਦ, ਚੰਗਾ ਸਭ ਕੁਝ ਸਰ। ਮੈਂ ਇਹ ਤੋਂ ਬਾਅਦ ਹੋਰ ਕੀ ਕਹਾਂ? ਉਹ ਤੋਂ ਪੁੱਛੋ ਜਿਹੜੀ ਇਹ ਮੇਰੇ ਤੇ ਹੁਣ ਇਲਜ਼ਾਮ ਲਾਉਂਦੀ ਪਈ ਹੈ ਨਾ, ਤੁਸੀਂ ਉਹਨੂੰ ਪੁੱਛੋ ਕਿ ਉਹ ਕਿਉਂ ਭੱਜੀ। ਜੇ ਕੋਈ ਸੀਗਾ, ਉਹਦਾ ਭਰਾ ਸੀ, ਉਹਦਾ ਪਿਆਰਾ ਸੀ, ਸਭ ਕੁਝ ਸੀ, ਫਿਰ ਕਿਉਂ ਇੱਥੇ ਬੈਠੀ, ਕਿਉਂ ਨਹੀਂ ਮੇਰੇ ਕੋਲ ਆਈ, ਕਿਉਂ ਨਹੀਂ? ਜਦੋਂ ਮੈਂ ਕਿਉਂ ਸਭ ਕੁਝ ਕੀਤਾ ਉਹਦਾ, ਉਹਨੇ ਕਿਉਂ ਨਹੀਂ ਦੇਖਿਆ ਉਹ ਸਾਰਾ ਕੁਝ? ਹੁਣ ਤੁਹਾਡੇ ਤੇ ਜਿਹੜੇ ਤਾਜ਼ੇ ਹੁਣ ਬਿਆਨ ਦਰਜ ਕਰਵਾਇਆ, ਹੁਣ ਤੁਹਾਡੇ ਤੇ ਮਾਮਲਾ ਦਰਜ ਹੋਣ ਦੀ ਗੱਲ ਕਰਦੇ ਆ, ਐਡਮਿਟ ਹੋਏ ਆ, ਕਹਿੰਦੇ ਜ਼ਹਿਰੀਲਾ ਧੂੰਆਂ ਤੁਸੀਂ ਛੱਡਿਆ, ਖਾਸ ਤੌਰ ਤੇ ਕਹਿੰਦੇ ਇਧਰੋਂ ਕਮਰੇ ਤੋਂ ਉਧਰ ਨੂੰ ਕੋਈ ਜ਼ਹਿਰੀਲਾ ਧੂੰਆਂ ਛੱਡਤਾ, ਮਾਰਨਾ ਚਾਹੁੰਦੇ ਬਿਰਧ ਮਾਤਾ ਨੂੰ, ਕਿਉਂ? ਸਰ ਮੈਂ ਤਾਂ ਤੁਹਾਨੂੰ ਦੱਸ ਰਹੀ ਹਾਂ ਕਿ ਜੇ ਮੈਂ ਕੋਈ ਧੂੰਆਂ ਛੱਡੂੰਗੀ, ਮੈਂ ਇਕੱਲੀ ਇਸ ਘਰ 'ਚ ਰਹਿੰਦੀ ਹਾਂ, ਠੀਕ ਹੈ। ਉਸ ਮਾਤਾ ਤੱਕ ਬਾਅਦ 'ਚ ਜਾਏਗਾ, ਪਹਿਲਾਂ ਤਾਂ ਮੈਨੂੰ ਚੜ੍ਹੇਗਾ ਨਾ, ਮੈਨੂੰ ਕੋਈ ਦੇਖ ਲੇਗਾ। ਘਰ ਵਾਲਾ ਮੇਰਾ ਨਹੀਂ ਇੱਥੇ ਦੇਖਣ ਲਈ, ਬੱਚੇ ਮੇਰੇ ਨਹੀਂ ਇੱਥੇ ਦੇਖਣ ਲਈ। ਜੇ ਮੈਂ ਮਾਤਾ ਤੇ ਧੂੰਆਂ ਛੱਡੂੰਗੀ ਤਾਂ ਪਹਿਲਾਂ ਮੈਨੂੰ ਨਹੀਂ ਚੜੂਗਾ। ਇਹ ਤੁਸੀਂ ਸਮਝਦਾਰ ਹੋ ਕਿ ਕੀ ਹੋਇਆ ਹੋਊਗਾ, ਕਿ ਉਹ ਝੂਠੇ ਇਲਜ਼ਾਮ ਲਾਉਂਦੀ ਪਈ ਹੈ ਕਿ ਮੇਰੇ ਤੇ ਸੱਚੇ ਲਾਉਂਦੀ ਪਈ ਹੈ, ਜਾਂ ਮੈਂ ਇੱਦਾਂ ਕੀਤਾ ਹੋਊਗਾ। ਮੈਂ ਨਹੀਂ ਕਰ ਸਕਦੀ ਇੱਦਾਂ ਦਾ, ਨਾ ਮੈਂ ਸੋਚ ਸਕਦੀ। ਮੈਂ ਹਜੇ ਵੀ ਮੰਮੀ ਜੀ ਕਰਦੀ ਹਾਂ ਉਹਨਾਂ ਨੂੰ, ਠੀਕ ਹੈ ਜੀ। ਇਹ ਬਿਲਕੁਲ ਗਲਤ ਇਲਜ਼ਾਮ ਹੈ। ਉਹਨਾਂ ਨੂੰ ਕਹੋ ਮੈਂ ਲਿਆ ਕੇ ਆਪਣੀ ਐਪਲੀਕੇਸ਼ਨ ਦਊਂਗੀ, ਔਰ ਮੈਂ ਕਹੂੰਗੀ ਮੇਰੇ ਦਰਵਾਜ਼ੇ ਨੂੰ ਇੱਧਰ ਕੰਧ ਕਰਤੀ ਜਾਵੇ, ਤਾਂ ਕਿ ਕੱਲ੍ਹ ਨੂੰ ਉਹ ਮੇਰੇ ਤੇ ਇਦਾਂ ਦਾ ਐਲੀਗੇਸ਼ਨ ਨਾ ਲਾ ਸਕਣ, ਤਾਂ ਕਿ ਮੈਂ ਵੀ ਸੇਫ ਹੋ ਜਾਊਂਗੀ। ਤੁਸੀਂ ਵੀ ਟੀਚਰ ਹੋ, ਪੜ੍ਹੇ ਲਿਖੇ ਹੋ, ਤੁਹਾਡੀ ਸੱਸ ਟੀਚਰ ਆ, ਸਹੁਰਾ ਵੱਡੇ ਅਹੁਦੇ ਤੇ ਸੀ, ਸਾਰੀ ਫੈਮਿਲੀ ਪੜ੍ਹੇ ਲਿਖੇ ਹੋ, ਸ਼ਹਿਰ 'ਚ ਰਹਿਣ ਵਾਲੇ ਹੋ। ਆਮ ਤੌਰ ਤੇ ਪੇਂਡੂ ਲੋਕਾਂ 'ਚ ਇਹ ਕੁਛ ਪਾਇਆ ਜਾਂਦਾ। ਤੁਸੀਂ ਇਹੋ ਜਿਹਾ ਪਰਿਵਾਰ ਦੇ ਵਿੱਚ ਐਡਾ ਕਲੇਸ਼ ਕਿਉਂ ਪਾਈ ਬੈਠੇ ਹੋ? ਇਹ ਬੈਠ ਕੇ ਵੀ ਸਮੇਟਿਆ ਜਾ ਸਕਦਾ ਸੀ। ਤੁਹਾਡਾ ਹਸਬੈਂਡ ਇਸ ਕਲੇਸ਼ ਖੁਦਕੁਸ਼ੀ ਕਰ ਗਿਆ, ਅੱਗੇ ਪਤਾ ਨਹੀਂ ਕੀ ਕੁਛ ਬਣਨਾ। ਤੁਸੀਂ ਅੱਜ ਨਿਬੇੜ ਕਿਉਂ ਨਹੀਂ ਲੈਂਦੇ ਬੈਠ ਕੇ? ਪਰਿਵਾਰ 'ਚ ਰਿਸ਼ਤੇਦਾਰ, ਸਕੇ ਸੰਬੰਧੀਆਂ 'ਚ ਬੈਠ ਕੇ ਨਿਬੇੜਿਆ ਜਾ ਸਕਦਾ। ਸਰ ਸਾਰੇ ਰਿਸ਼ਤੇਦਾਰ ਫੇਲ ਹੋ ਗਏ ਇਸ ਉਹਦੇ ਵਿੱਚ। ਉਹ ਕੁੜੀ ਕੁਝ ਬਾਹਰੋਂ ਕੋਈ ਰਿਕਾਰਡਰ ਲੈ ਕੇ ਆਈ ਹੋਈ ਸੀ, ਉਹ ਸੱਚਾਈ ਨੂੰ ਸੱਚਾਈ ਨਹੀਂ ਰਹਿਣ ਦਿੰਦੀ ਸੀ, ਉਹਨੂੰ ਤੋੜ ਮਰੋੜ ਕੇ ਤੱਥਾਂ ਨੂੰ ਕੁਛ ਇੱਦਾਂ ਪੇਸ਼ ਕਰਦੀ ਸੀ ਕਿ ਸਾਡੇ ਸਾਰੇ ਰਿਸ਼ਤੇਦਾਰ ਪਿੱਛੇ ਹੋ ਗਏ ਹੌਲੀ ਹੌਲੀ, ਕਿ ਇਹਨੇ ਸਾਨੂੰ ਵੀ ਝੂਠੇ, ਜਿੱਦਾਂ ਸਾਨੂੰ ਝੂਠੇ ਕੇਸਾਂ 'ਚ ਫਸਾਇਆ, ਇੱਦਾਂ ਸਾਡੇ ਰਿਸ਼ਤੇਦਾਰ ਡਰ ਕੇ ਪਿੱਛੇ ਹੋ ਗਏ ਕਿ ਅਸੀਂ ਨਹੀਂ ਇਹਦਾ। ਡਰਦੇ ਸਾਰੇ ਸਰ, ਜਿਨ੍ਹਾਂ ਦਾ ਫੈਮਿਲੀ ਹੁੰਦੀ ਨਾ, ਉਹ ਡਰਦੇ ਨੇ ਸਾਰੇ, ਉਹ ਸਭ ਡਰ ਕੇ ਪਿੱਛੇ ਹੋ ਗਏ ਕਿ ਇਹ ਕੁੜੀ ਨੇ ਕਿਹੜੀ ਚੀਜ਼ ਦਾ ਕੀ ਬਣਾ ਦੇਣਾ, ਸਾਨੂੰ ਕੁਝ ਨਹੀਂ ਪਤਾ। ਔਰ ਉਸ ਡਰ ਨਾਲ, ਉਸ ਸਟ੍ਰੈਸ ਨਾਲ ਮੇਰਾ ਘਰ ਵਾਲਾ ਇੱਥੇ ਤੱਕ ਪੁੱਜ ਗਿਆ, ਔਰ ਸਾਰੇ ਰਿਸ਼ਤੇਦਾਰਾਂ ਨੇ, ਮੰਮੀ ਦੇ ਸਕੇ ਭੈਣ ਭਰਾਵਾਂ ਨੇ ਉਹਨਾਂ ਨੂੰ ਛੱਡਤਾ, ਸਾਡੇ ਨਾਲ ਆ। ਉਹ ਕਹਿੰਦੇ
ਤੁਸੀਂ ਜਿੱਥੇ ਕਹੋਗੇ ਅਸੀਂ ਤੁਹਾਡੇ ਨਾਲ ਚੱਲਾਂਗੇ, ਲੇਕਿਨ ਉਹਨਾਂ ਵੱਲ ਕੋਈ ਨਹੀਂ ਜਾ ਰਿਹਾ ਇਸ ਵੇਲੇ। ਇਹ ਤੁਹਾਨੂੰ ਸਾਫ਼ ਪਤਾ ਕਿ ਉਹ ਸੱਚ ਕਹਿ ਰਹੇ ਨੇ ਜਾਂ ਅਸੀਂ ਸੱਚ ਕਹਿ ਰਹੇ ਹਾਂ। ਚਲੋ ਮੰਨ ਲੈਂਦੇ ਨਨਾਣ ਤੁਹਾਡੀ ਕਰਦੀ ਆ, ਬਿਰਧ ਮਾਤਾ ਤੁਹਾਡੀ ਮਾਂ ਵਰਗੀ ਆ, ਸੱਸ ਆ ਬੇਸ਼ੱਕ, ਬਿਲਕੁਲ। ਤਰਸ ਨਹੀਂ ਆਉਂਦਾ ਜੀ ਤੁਹਾਨੂੰ? ਪਹਿਲਾਂ ਮੇਰੀ ਮਾਂ ਨਾਲੋਂ ਵੱਧ ਮੈਂ ਪਿਆਰ ਉਹਨੂੰ ਕੀਤਾ। ਤਰਸ ਇੱਦਾਂ ਦਾ ਆਂਦਾ ਕਿ ਅਸੀਂ ਜੇ ਜਾਣੇ ਵੀ ਨਾ ਉੱਥੇ, ਸਾਨੂੰ ਇਹ ਤਰਸ ਆਂਦਾ ਕਿ ਉਹ ਨੌਕਰਾਣੀਆਂ ਕਿਉਂ ਉਹਨੂੰ ਦੇਖਦੀਆਂ ਪਈਆਂ ਜਾਂ ਅਸੀਂ ਦੋ ਬੈਠੀਆਂ ਆ, ਲੇਕਿਨ ਸਾਨੂੰ ਇਹ ਹੁਕਮ ਨਹੀਂ ਕਿ ਅਸੀਂ ਉੱਥੇ ਜਾ ਕੇ ਉਹਨੂੰ ਦੇਖ ਸਕੀਏ। ਸਾਡੇ ਤੇ ਝੂਠੇ ਐਲੀਗੇਸ਼ਨ ਲਗਾਤੇ ਜਾਂਦੇ। ਸ਼ਾਇਦ ਉਹ ਨੌਕਰਾਣੀਆਂ, ਇਹ ਤੇ ਉਹਨਾਂ ਨੂੰ ਸਮਝਣਾ ਚਾਹੀਦਾ ਨਾ ਕਿ ਉਹਨਾਂ ਦੇ ਮਨ 'ਚ ਇਸ ਵੇਲੇ ਕੁਛ ਇਦਾਂ ਦਾ ਗਲਤ ਹੋਏਗਾ ਕਿ ਉਹਨਾਂ ਨੂੰ ਮਿਸਯੂਜ਼ ਕਰ ਸਕਦੇ ਆ, ਲੇਕਿਨ ਅਸੀਂ ਇਹ ਦੇਖ ਕੇ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਕਿ ਸਾਡੀ ਮਾਤਾ ਨੂੰ ਇਸ ਵੇਲੇ ਉਹ ਦੇਖ ਰਹੇ ਆ। ਲੇਕਿਨ ਮਾਤਾ ਉਹਦੇ ਵਿੱਚ ਖੁਸ਼ ਹੈ ਕਿਉਂਕਿ ਬਾਹਰੋਂ ਉਹਨੂੰ ਉਹਦੀ ਧੀ ਜੋ ਕਹਿੰਦੀ ਪਈ ਹੈ ਇਸ ਵੇਲੇ ਉਹੀ ਸਹੀ ਹੈ। 25 ਸਾਲ 30 ਸਾਲ ਉਹਨਾਂ ਨੂੰ ਪ੍ਰੋਬਲਮ ਨਹੀਂ ਆਈ, ਪਿਛਲੇ ਕੁਝ ਮਹੀਨਿਆਂ ਤੋਂ ਹੀ ਉਹਨਾਂ ਨੂੰ ਕਿਉਂ ਪ੍ਰੋਬਲਮ ਆਈ? ਜੇ ਉਹਨਾਂ ਨੂੰ ਡਰ ਸੀ ਪਿਛਲੇ 25-30 ਸਾਲ 'ਚ ਕਿਉਂ ਨਹੀਂ ਡਰ ਸੀ? ਮਾਤਾ ਜੀ ਨੂੰ ਪੁੱਛੋ ਇਹ ਸਰ ਤੁਸੀਂ ਕਿ ਉਹਨਾਂ ਨੂੰ ਪਹਿਲਾਂ 25-30 ਸਾਲ ਕਿਉਂ ਨਹੀਂ ਡਰ ਲੱਗਿਆ, ਹੁਣੇ ਕਿਉਂ ਡਰ ਲੱਗਣ ਲੱਗਿਆ ਪਿਛਲੇ 5 ਮਹੀਨਿਆਂ ਤੋਂ? ਤੁਹਾਨੂੰ ਆਪੇ ਪਤਾ ਲੱਗ ਜਾਏਗਾ। 25-30 ਸਾਲ ਤੁਹਾਡੇ ਨਾਲ ਰਹਿੰਦੇ ਰਹੇ? ਹਾਂਜੀ 30 ਸਾਲ ਮੇਰੇ ਵਿਆਹ ਨੂੰ ਹੋ ਗਏ, 25 ਸਾਲ ਆ ਛੋਟੀ ਦੇ ਵਿਆਹ ਨੂੰ ਹੋ ਗਏ। ਉਦੋਂ ਕਿਉਂ ਨਹੀਂ ਮਾਤਾ ਜੀ ਨੂੰ ਡਰ ਲੱਗਿਆ? ਪਿਛਲੇ 4 ਮਹੀਨਿਆਂ ਤੋਂ ਹੀ ਕਿਉਂ ਡਰ ਲੱਗਣ ਲੱਗਾ? ਤਾਂ ਦਰਸ਼ਕੋ, ਛੋਟੀ ਨੂੰਹ ਸਾਡੇ ਨਾਲ ਆ ਅਮਰਜੀਤ ਕੌਰ। ਤੁਹਾਡੀ ਸੱਸ ਮਾਂ ਨੇ ਤੁਹਾਡੇ ਤੋਂ ਦੋਸ਼ ਲਾਏ ਆ, ਕਹਿੰਦੇ ਨੂੰਹ ਕਮਰਿਆਂ ਨੂੰ ਜਿੰਦਰੇ ਲਾ ਗਈ, ਸਾਨੂੰ ਅੰਦਰ ਵੜਨ ਦਾ ਹੁਕਮ ਨਹੀਂ, ਕਹਿੰਦੇ ਜੀ। ਕਮਰੇ 2 'ਚ ਜਿੰਦਰੇ ਲੱਗੇ ਸੀ, 2 'ਚ ਸਾਡਾ ਸਮਾਨ ਸੀ, ਪਰ ਹੁਣ ਮੰਮੀ ਦੇ ਕਹਿਣ 'ਤੇ ਅਸੀਂ ਇੱਕ ਕਮਰਾ ਜਿਹੜਾ ਉਹ ਵਿਹਲਾ ਕਰਤਾ ਮੰਮੀ ਲਈ। ਮੰਮੀ ਨੂੰ ਕਿਹਾ ਤੁਸੀਂ ਜਿਵੇਂ ਮਰਜ਼ੀ ਇਸ ਕਮਰੇ 'ਚ ਰਹੋ, ਏਸੀ ਲੱਗਾ ਉਸ ਕਮਰੇ 'ਚ, ਤੁਸੀਂ ਦੇਖ ਕੇ ਆਏ ਹੁਣੇ ਬੈੱਡ ਵੀ ਹੈ, ਤੇ ਹਜੇ ਦੂਸਰੇ ਕਮਰੇ 'ਚ ਸਾਡਾ ਸਮਾਨ ਆ। ਮੰਮੀ ਨੂੰ ਇਹ ਕਿਹਾ ਜਦੋਂ ਹੋ ਜਾਊਗਾ ਕੋਈ ਨਹੀਂ ਫਿਰ ਦੇਖ ਲਾਂਗੇ। ਇੱਕ ਕਮਰੇ ਨੂੰ ਤਾਲਾ ਆ, ਦੋਨੋਂ ਤੇ ਹੈ ਹੀ ਨਹੀਂ ਤਾਲੇ, ਤੁਸੀਂ ਦੇਖ ਕੇ ਆਏ ਭਾਜੀ। ਪਰ ਸੱਸ ਮਾਂ ਕਹਿੰਦੀ ਲੰਮਾ ਸਮਾਂ ਤੁਸੀਂ ਉਹਦੇ ਨਾਲ ਰਹੇ ਹੋ, ਪਰ ਪਿਛਲੇ ਕੁਝ ਸਮੇਂ ਤੋਂ ਛੱਡ ਕੇ, ਕਹਿੰਦੇ ਜਦੋਂ ਕਹਿੰਦੇ ਸਹਾਰੇ ਦੀ ਲੋੜ ਸੀ ਕਹਿੰਦੇ ਛੱਡ ਕੇ ਭੱਜ ਗਏ ਤੁਸੀਂ। ਮੈਂ ਮੰਮੀ ਦੇ ਹਰ ਦੁੱਖ ਸੁੱਖ 'ਚ ਮੰਮੀ ਦੇ ਨਾਲ ਰਹੀ, ਹਰ ਦੁੱਖ ਸੁੱਖ ਦੇਖਿਆ, ਪਰ ਮੰਮੀ ਨੇ ਕਿਉਂ ਕੀਤਾ ਇਦਾਂ ਸਾਡੇ ਨਾਲ? ਕਿਉਂ ਉਸ ਪੁੱਤ ਨੂੰ ਵਸੀਅਤ 'ਚੋਂ ਕੱਢਿਆ? ਜਦੋਂ ਉਹਦੇ ਪੁੱਤ ਨੂੰ ਵਸੀਅਤ 'ਚੋਂ ਮੰਮੀ ਨੇ ਕੱਢਤਾ ਤੇ ਫਿਰ ਮੈਂ ਕੀ ਕਰ ਸਕਦੀ ਸੀ? ਕਹਿੰਦੇ ਮਾਤਾ ਕਹਿੰਦੀ ਮੈਨੂੰ ਕੈਦ ਕੀਤਾ ਹੋਇਆ, ਕੈਮਰੇ ਲਾਤੇ ਉੱਤੇ, ਕਹਿੰਦੀ ਮੈਂ ਜਾ ਨਹੀਂ ਸਕਦੀ ਕਿਤੇ, ਜਾ ਨਹੀਂ ਸਕਦਾ, ਦੇਖਦੇ ਆ ਕਹਿੰਦੀ ਘਰੇ ਬੈਠੇ ਵੀ ਕੀ ਕਰ ਰਹੀ ਹੈ। ਦੇਖ ਲਓ ਕਿਹੜੇ ਕੈਮਰੇ ਲੱਗੇ, ਕੋਈ ਕੈਮਰੇ ਤਾਂ ਮੰਮੀ ਦੇ ਹੁੰਦਿਆਂ ਤੇ ਲੱਗੇ। ਜਦੋਂ ਤੇ ਮੰਮੀ ਉੱਥੇ ਰਹਿੰਦੇ ਸੀ ਸਾਡੇ ਨਾਲ, ਮੈਂ ਉੱਥੇ ਰਹਿੰਦੀ ਸੀ, ਉਦੋਂ ਦੇ ਕੈਮਰੇ ਲੱਗੇ, ਹੁਣ ਤੇ ਲਾਏ ਨਹੀਂ। ਤੁਹਾਡਾ ਦਿਲ ਆਪਣਾ ਨਹੀਂ ਪਿਘਲਦਾ? ਲੰਮਾ ਸਮਾਂ ਤੁਸੀਂ ਨਾਲ ਰਹੇ ਹੋ, ਅੱਜ ਮਾਤਾ ਦਰ ਦੀਆਂ ਠੋਕਰਾਂ ਖਾਣ ਨੂੰ ਬਹੁਤ ਪਿੰਗਲਦਾ, ਬਹੁਤ ਪਿੰਗਲਦਾ। ਅੱਜ ਵੀ ਮੈਨੂੰ ਦੁੱਖ ਲੱਗਦਾ, ਮੈਨੂੰ ਅੱਜ ਵੀ ਦੁੱਖ ਲੱਗਦਾ ਉਸ ਮਾਂ ਦਾ, ਕਿਉਂਕਿ ਮੈਂ ਇਹਨਾਂ ਹੱਥਾਂ ਦੇ ਨਾਲ ਮਾਂ ਦੀ ਸੇਵਾ ਕੀਤੀ। ਪਰ ਉਹਨਾਂ ਨੂੰ ਕਿਉਂ ਨਹੀਂ ਮੇਰੇ ਤੇ ਤਰਸ ਹੁੰਦਾ? ਕਿਉਂ ਨਹੀਂ ਕਦੀ ਵੀ ਇੱਕ ਵਾਰੀ ਵੀ ਕਹਿੰਦੇ ਕਿ ਪੁੱਤ ਤੁਸੀਂ ਆਓ ਇੱਧਰ ਰਹੋ, ਇੱਧਰ ਕਿਉਂ ਨਹੀਂ ਕਹਿੰਦੇ? ਮੈਨੂੰ ਅੱਜ ਵੀ ਦੁੱਖ ਲੱਗਦਾ। 25 ਸਾਲ ਘਰ ਦੀਆਂ ਗੱਲਾਂ ਘਰ ਦੇ ਬੂਹੇ ਅੰਦਰ ਰਹੀਆਂ, ਅੱਜ ਫਿਰ ਬਾਹਰ ਸੜਕਾਂ ਤੇ ਚਲੀਆਂ ਗਈਆਂ, ਥਾਣਿਆਂ 'ਚ ਚਲੀਆਂ ਗਈਆਂ, ਕਚਹਿਰੀਆਂ 'ਚ ਚਲੀਆਂ ਗਈਆਂ ਜੀ। ਜਦੋਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਪਿੱਠ ਦੇ ਪਿੱਛੇ ਸੱਚ ਕੀ ਆ, ਜਦੋਂ ਮੈਨੂੰ ਸੱਚ ਪਤਾ ਲੱਗਾ, ਉਹ ਸੱਚ ਮੈਂ ਪੁੱਛਿਆ, ਉਸ ਸੱਚ ਤੋਂ ਇਨਕਾਰੀ ਹੋਏ ਤੇ ਆਹ ਵਾਲੀ ਨੌਬਤ ਆਈ। ਸੱਸ ਨੂੰ ਲਿਆਉਣ ਵਾਸਤੇ ਕੁਝ ਕਰ ਰਹੇ ਹੋ ਤੁਸੀਂ? ਚਲੋ ਬੇਸ਼ੱਕ ਤੁਹਾਡੀ ਵੱਡੀ ਭੈਣ ਨੇ ਲਾ ਲਓ ਜਾਂ ਤੁਹਾਡੀ ਦਰਾਣੀ ਜਠਾਣੀ ਲਾ ਲਓ, ਉਹਨੇ ਕਹਿਤਾ ਕਿ ਸਾਡੀ ਜਿਹੜੀ ਉਹ ਤੁਹਾਡੇ ਬ੍ਰਦਰ ਦੀ ਭੈਣ ਆ ਉਹ ਸਾਰਾ ਕੁਝ ਕਰ ਰਹੀ ਆ, ਪਰ ਤੂੰ ਤੁਹਾਡੀ ਮਾਂ ਵਰਗੀ ਆ, ਮਾਂ ਨੂੰ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਲਿਆ ਕੇ ਸੇਵਾ ਕਰੀਏ ਉਹਦੀ? ਅਸੀਂ ਤਾਂ ਕਹਿੰਦੇ ਆ, ਪਰ ਉਹ ਆਉਣ ਲਈ ਤਿਆਰ ਨਹੀਂ, ਉਹ ਨਹੀਂ ਆਉਣ ਲਈ ਤਿਆਰ ਹੁੰਦੇ, ਉਹ ਤੇ ਸਾਨੂੰ ਵੀ ਮਨਾ ਕਰਦੇ ਆ। ਬਿਰਧ ਨੂੰ ਤਾਂ ਹਮੇਸ਼ਾ ਸਹਾਰਾ ਚਾਹੀਦਾ ਹੁੰਦਾ। ਬਿਲਕੁਲ ਚਾਹੀਦਾ, ਸਹਾਰਾ ਹੀ ਚਾਹੀਦਾ। ਬਿਰਧ ਸਹਾਰਾ ਭਾਲਦੀ। ਹਾਂਜੀ, ਸਾਨੂੰ ਵੀ ਬਿਰਧਾਂ ਦਾ ਉਹਨਾਂ ਦਾ ਸਹਾਰਾ ਚਾਹੀਦਾ, ਉਹਨਾਂ ਨੂੰ ਸਾਡਾ ਚਾਹੀਦਾ, ਸਾਨੂੰ ਉਹਨਾਂ ਦਾ ਚਾਹੀਦਾ, ਪਰ ਉਹ ਇਸ ਗੱਲ ਨੂੰ ਮੰਨਦੇ ਹੀ ਨਹੀਂ ਕਿ ਮੈਨੂੰ ਇਹਨਾਂ ਦਾ ਸਹਾਰਾ ਚਾਹੀਦਾ, ਬੱਚਿਆਂ ਨੂੰ ਮੇਰਾ ਸਹਾਰਾ ਚਾਹੀਦਾ। ਥੋੜਾ ਉਹ ਕੁਝ ਨੇੜੇ ਨੂੰ ਹੋ ਗਏ, ਕੁਝ ਇਹ ਨੇੜੇ ਨੂੰ ਹੁੰਦੇ ਤੇ ਆਪੇ ਸਹਾਰਾ ਇੱਕ ਦੂਜੇ ਦੇ ਨਾਲ ਸਹਾਰਾ ਮਿਲ ਜਾਂਦਾ। ਤਾਂ ਦਰਸ਼ਕੋ, ਇਹ ਸੀ ਜਲੰਧਰ ਦੀ ਬਜ਼ੁਰਗ ਔਰਤ ਲੀਲਾਵਤੀ, ਜਿਸ ਨੇ ਆਪਣੇ ਪੁੱਤਰ ਤੇ 2 ਨੂੰਹਾਂ ਤੇ ਗੰਭੀਰ ਇਲਜ਼ਾਮ ਦੋਸ਼ ਲਾਏ ਸੀ। ਉਸਨੇ ਕਿਹਾ ਕਿ ਮੇਰਾ ਪੁੱਤਰ ਤੇ ਮੇਰੀਆਂ 2 ਨੂੰਹਾਂ ਮੇਰੀ ਕੁੱਟਮਾਰ ਕਰਦੀਆਂ ਔਰ ਮੇਰੇ ਇਸ ਘਰ ਨੂੰ ਹੜੱਪਣਾ ਚਾਹੁੰਦੇ ਨੇ, ਮੈਨੂੰ ਮਾਰਨਾ ਚਾਹੁੰਦੇ ਨੇ। ਬਜ਼ੁਰਗ ਔਰਤ ਨੇ ਦੋਸ਼ ਲਾਇਆ ਕਿ ਮੇਰੇ ਪੁੱਤਰ ਦੀ ਪਿਛਲੇ ਸਮੇਂ ਦੌਰਾਨ ਖੁਦਕੁਸ਼ੀ ਕਰਨ ਦੇ ਨਾਲ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਮੇਰੀ ਨੂੰਹ ਨੇ ਮੇਰੇ ਔਰ ਮੇਰੀ ਧੀ ਤੇ ਉਸ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਔਰ ਸਾਡੇ ਤੇ ਮਾਮਲਾ ਦਰਜ ਕਰਵਾ ਦਿੱਤਾ। ਉਹਨੇ ਕਿਹਾ ਕਿ ਮੇਰੀ ਧੀ ਵਿਦੇਸ਼ 'ਚ ਬੈਠੀ ਆ, ਵਿਦੇਸ਼ 'ਚ ਹੋਣ ਦੇ ਬਾਵਜੂਦ ਮੇਰੀ ਨੂੰਹ ਵੱਲੋਂ ਮੇਰੇ ਔਰ ਮੇਰੀ ਧੀ ਤੇ ਮਾਮਲਾ ਦਰਜ ਕਰਵਾਇਆ ਗਿਆ। ਉਹਨੇ ਕਿਹਾ ਮੈਂ ਬਜ਼ੁਰਗ ਹਾਂ,
ਜਿੰਨਾ ਟਾਈਮ ਇਹਨਾਂ ਨੂੰ ਮੈਂ ਆਪਣੀ ਪੈਨਸ਼ਨ 'ਚੋਂ ਹਿੱਸਾ ਦਿੰਦੀ ਰਹੀ ਤਾਂ ਮੇਰੀ ਇਹ ਸਾਂਭ ਸੰਭਾਲ ਕਰਦੇ ਰਹੇ। ਪਰ ਅੱਜ ਮੇਰੇ ਪੁੱਤਰ ਤੇ ਮੇਰੀ ਨੂੰਹ ਮੇਰੀ ਸਾਂਭ ਸੰਭਾਲ ਕਰਨ ਤੋਂ ਹਟ ਗਏ ਨੇ ਔਰ ਮੈਂ ਆਪਣੀ ਦੇਖ ਰੇਖ ਲਈ 2 ਔਰਤਾਂ ਰੱਖੀਆਂ ਨੇ ਔਰ ਉਹਨਾਂ ਨੂੰ ਵੀ ਮੇਰੀ ਨੂੰਹਾਂ ਔਰ ਪੁੱਤਰ ਤੰਗ ਪਰੇਸ਼ਾਨ ਕਰਦੇ ਨੇ। ਪਿਛਲੇ ਦਿਨੀ ਮੇਰੇ ਪੁੱਤਰ ਔਰ ਨੂੰਹ ਵੱਲੋਂ ਮੇਰੇ ਘਰ 'ਚ ਜ਼ਹਿਰੀਲਾ ਧੂੰਆਂ ਛੱਡ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਬਜ਼ੁਰਗ ਔਰਤ ਨੇ ਹੋਰ ਵੀ ਗੰਭੀਰ ਦੋਸ਼ ਆਪਣੇ ਪੁੱਤਰ ਔਰ ਨੂੰਹਾਂ 'ਤੇ ਲਾਏ ਨੇ। ਦੂਜੇ ਪਾਸੇ ਦੋਨੇ ਨੂੰਹਾਂ ਔਰ ਪੁੱਤਰ ਨੇ ਕਿਹਾ ਕਿ ਅਸੀਂ ਆਪਣੀ ਬਜ਼ੁਰਗ ਮਾਤਾ ਨੂੰ ਸੰਭਾਲਣਾ ਚਾਹੁੰਦੇ ਹਾਂ। ਪਿਛਲੇ ਲੰਮੇ ਸਮੇਂ ਤੋਂ ਲੰਮੇ ਅਰਸੇ ਤੋਂ ਅਸੀਂ ਬਜ਼ੁਰਗ ਮਾਤਾ ਦੀ ਸੇਵਾ ਕਰਦੇ ਆ ਰਹੇ ਹਾਂ। ਪਰ ਹੁਣ ਅਚਾਨਕ ਜਦੋਂ ਸਾਡੇ ਬਜ਼ੁਰਗ ਦੀ ਮੌਤ ਹੋਈ ਹੈ, ਬਾਪ ਦੀ ਮੌਤ ਹੋਈ ਹੈ, ਉਸ ਤੋਂ ਬਾਅਦ ਵਿਦੇਸ਼ ਬੈਠੀ ਸਾਡੀ ਭੈਣ ਇਹ ਸਾਰੀ ਕਹਾਣੀ ਬੁਣ ਰਹੀ ਹੈ। ਸਾਡੀ ਮਾਤਾ ਨੂੰ ਸਾਡੀ ਭੈਣ ਨੇ ਗੱਲਾਂ 'ਚ ਲੈ ਕੇ ਔਰ ਸਾਡੇ ਖਿਲਾਫ ਕੀਤਾ ਹੈ। ਤਾਂ ਦੋਸਤੋ ਇੱਥੇ ਇਹ ਵੀ ਸਾਬਤ ਹੁੰਦਾ ਹੈ ਕਿ ਜਿੱਥੇ ਬਜ਼ੁਰਗ ਸਾਡੇ ਬੜਾ ਕੁਝ ਸੋਚਦੇ ਨੇ, ਆਪਣੇ ਧੀਆਂ ਪੁੱਤਰਾਂ ਨੂੰ ਸੰਭਾਲਦੇ ਨੇ, ਪਾਲਦੇ ਨੇ, ਵੱਡੀਆਂ ਆਸਾਂ ਹੁੰਦੀਆਂ ਕਿ ਸਾਡੇ ਬੱਚੇ ਵੱਡੇ ਹੋਣਗੇ, ਸਾਡੀ ਸਾਂਭ ਸੰਭਾਲ ਕਰਨਗੇ, ਦੇਖ ਰੇਖ ਕਰਨਗੇ। ਪਰ ਬਜ਼ੁਰਗਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਬੱਚੇ ਇਸ ਤਰ੍ਹਾਂ ਜਦੋਂ ਅਸੀਂ ਬਜ਼ੁਰਗ ਅਵਸਥਾ ਚਲੇ ਗਏ ਇਸ ਤਰ੍ਹਾਂ ਸਾਨੂੰ ਇਹਨਾਂ ਹਾਲਾਤਾਂ 'ਚ ਛੱਡ ਜਾਣਗੇ। ਜਿੱਥੇ ਉਸ ਬਜ਼ੁਰਗ ਔਰਤ ਨੂੰ ਪੁੱਤਰ ਛੱਡ ਕੇ ਅਲੱਗ ਹੋ ਗਿਆ, ਨੂੰਹਾਂ ਛੱਡ ਕੇ ਅਲੱਗ ਹੋ ਗਈਆਂ, ਉੱਥੇ ਵਿਦੇਸ਼ 'ਚ ਬੈਠੀ ਧੀ ਇਸ ਉਸਦੇ ਭਰਾ ਔਰ ਉਸਦੀਆਂ ਭਰਜਾਈਆਂ ਦੇ ਕਹਿਣ ਮੁਤਾਬਕ ਇਹ ਉਸ ਬਜ਼ੁਰਗ ਔਰਤ ਦਾ ਜਿਹੜਾ ਥਾਂ ਹੜੱਪਣਾ ਚਾਹੁੰਦੇ ਨੇ। ਵਿਦੇਸ਼ ਬੈਠੀ ਧੀ ਵੀ ਜਿਹੜੀ ਬਜ਼ੁਰਗ ਔਰਤ ਨੂੰ ਅੱਜ ਤੰਗ ਪਰੇਸ਼ਾਨ ਕਰ ਰਹੀ ਹੈ। ਸੋ ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ TV। ਧੰਨਵਾਦ।